सतनाम श्री वाहिगुरु साहिब जीओ। करमे सहज न उपजै, बिन सहज सहसा न जाए। अज सतगुरु गुरु अमरदास पातशाह ਸਾਡੇ ਉੱਤੇ ਬਹੁਤ ਵੱਡੀ ਰਹਿਮਤ ਕਰਦੇ ਨੇ, ਬਖਸ਼ਿਸ਼ ਕਰਦੇ ਨੇ ਕਿ ਮਨੁੱਖ ਬਹੁਤ ਸਾਰੇ ਕਰਮ ਕਰਦਾ ਹੈ। ਕਰਮ ਤਾਂ ਸਾਰੇ ਅਸੀਂ ਕਰਦੇ ਹਾਂ, ਕੱਪੜੇ ਪਾਉਂਦੇ ਹਾਂ ਇਹ ਵੀ ਕਰਮ ਹੈ, ਰੋਟੀ ਖਾਂਦੇ ਹਾਂ ਇਹ ਵੀ ਕਰਮ ਹੈ, ਖੇਤੀ ਕਰਦੇ ਹਾਂ ਇਹ ਵੀ ਕਰਮ ਹੈ। ਜਿੰਨੇ ਵੀ ਕੰਮ ਧੰਦੇ ਨੇ ਇਹਨਾਂ ਸਾਰਿਆਂ ਨੂੰ ਵੀ ਕਰਮ ਆਖਿਆ ਜਾਂਦਾ ਹੈ। ਫਿਰ ਅਸੀਂ ਸਾਡੀ ਜ਼ਿੰਦਗੀ ਦੇ ਵਿੱਚ ਧਰਮ ਦੇ ਕਰਮ ਆ ਜਾਂਦੇ ਨੇ, ਪੂਜਾ ਪਾਠ ਇਹ ਸਾਰੇ ਕਰਮ ਨੇ। ਔਰ ਜਦੋਂ ਇਹ ਕਰਮ ਅਸੀਂ ਕਰਦਿਆਂ ਕਈ ਵਾਰ ਕਰਮਾਂ ਤੋਂ ਕਰਮ ਕਾਂਡ ਬਣ ਜਾਂਦੇ ਨੇ। ਕਰਮ ਕਰਨੇ ਸਾਨੂੰ ਸਤਿਗੁਰੂ ਜੀ ਨੇ ਮਨਾ ਨਹੀਂ ਕੀਤਾ। ਤੇਰਾ ਕਰਮ ਜਿਹੜਾ ਉਹ ਕੋਈ ਕਾਂਡ ਨਾ, ਕਰਮ ਕਾਂਡ ਨਾ ਬਣ ਜਾਏ। ਜਿਹੜੀਆਂ ਰਸਮਾਂ ਤੂੰ ਅਪਣਾਉਣਾ ਉਹ ਰਸਮਾਂ ਤੇਰੇ ਭਲੇ ਵਾਸਤੇ, ਸੰਸਾਰ ਦੇ ਭਲੇ ਵਾਸਤੇ ਹੋਣ, ਉਹਨਾਂ ਦੇ ਵਿੱਚ ਰਸ ਹੋਵੇ। ਇਹ ਨਾ ਹੋਵੇ ਤੇਰੀਆਂ ਰਸਮਾਂ ਦੇ ਵਿੱਚ ਕੋਈ ਰਸ ਹੀ ਨਾ ਹੋਵੇ, ਬਿਨਾਂ ਰਸ ਤੋਂ ਹੀ ਉਹ ਕਰਮ ਕਰੀ ਜਾਵੇਂ। ਹੁਣ ਸਤਿਗੁਰੂ ਜੀ ਨੇ ਅੱਜ ਜੋ ਪਾਵਨ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ ਹੈ, ਗੁਰਦੇਵ ਪਿਤਾ ਜੀ ਨੇ ਬਚਨ ਕੀਤਾ, ਕਰਮੀ ਸਹਿਜ ਨਾ ਉਪਜੈ। ਕਰਮ ਕਾਂਡ ਕਰਨ ਦੇ ਨਾਲ ਸਾਡੇ ਜੀਵਨ ਦੇ ਵਿੱਚ ਸਹਿਜਤਾ ਨਹੀਂ ਆਉਂਦੀ, ਔਰ ਸਹਿਜਤਾ ਆਉਣ ਤੋਂ ਬਗੈਰ ਆਨੰਦ ਦੀ ਪ੍ਰਾਪਤੀ ਨਹੀਂ, ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਸੱਚ ਜਾਣੋ, ਸਹਿਜ ਤੋਂ ਬਿਨਾਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ। ਆਪਾਂ ਘਰ ਦੇ ਵਿੱਚ ਦੁੱਧ ਰਿੜਕਦੀਆਂ ਬੀਬੀਆਂ ਉਹ ਧਿਆਨ ਰੱਖਦੀਆਂ ਨੇ, ਜਿਹੜਾ ਦੁੱਧ ਨੂੰ ਜਾਗ ਲਾ ਦਿੱਤਾ ਉਹਨੂੰ ਕੋਈ ਵਾਰ-ਵਾਰ ਹਿਲਾਵੇ ਨਾ, ਟਿਕ ਜਾਏ ਦੁੱਧ। ਜੇ ਉਹ ਟਿਕ ਜਾਏਗਾ ਤਾਂ ਉਹਦਾ ਦਹੀਂ ਜੰਮਣਾ ਹੈ, ਫਿਰ ਉਹਨੂੰ ਰਿੜਕਿਆ ਜਾਣਾ, ਫਿਰ ਟਿਕ ਜਾਏ ਫਿਰ ਉਹ ਮੱਖਣ ਆ ਜਾਂਦਾ ਹੈ। ਸਹਿਜ ਦਾ ਮਤਲਬ ਹੈ ਟਿਕਾ, ਭਟਕਣਾ ਖਤਮ ਹੋ ਜਾਏ। ਸਤਿਗੁਰੂ ਜੀ ਨੇ ਪਾਵਨ ਉਪਦੇਸ਼ ਬਖਸ਼ਿਆ ਕਿ ਬਹੁਤ ਸਾਰੇ ਕਰਮ ਕਾਂਡ ਕਰਦਾ ਮਨੁੱਖ, ਔਰ ਉਹਨਾਂ ਕਰਮਾਂ ਕਾਂਡਾਂ ਦੇ ਨਾਲ ਇਹਦਾ ਪਿਆਰ ਪੈਦਾ ਹੋ ਗਿਆ। ਕਰਮ ਕਾਂਡ ਕੀ ਕਰਦੇ ਨੇ? ਮਨੁੱਖ ਦੇ ਮਨ ਦੇ ਵਿੱਚ ਭਰਮ ਪੈਦਾ ਕਰਦੇ ਨੇ। ਸਤਿਗੁਰੂ ਜੀ ਨੇ ਬਚਨ ਕੀਤਾ, ਕਰਮੀ ਸਹਿਜ ਨਾ ਉਪਜੈ। ਕਰਮ ਕਰਨ ਦੇ ਨਾਲ, ਕਰਮ ਕਾਂਡ ਕਰਨ ਦੇ ਨਾਲ ਸਹਿਜਤਾ ਨਹੀਂ ਆਉਂਦੀ, ਔਰ ਬਿਨ ਸਹਿਜੈ ਸਹਿਸਾ ਨਾ ਜਾਏ। ਮਨੁੱਖ ਸ਼ੰਕਿਆਂ ਦੇ ਵਿੱਚ ਪੈਂਦਾ, ਭਰਮਾਂ ਦੇ ਵਿੱਚ ਪੈ ਜਾਂਦਾ ਕਰਮਾਂ ਕਾਂਡਾਂ ਦੇ ਨਾਲ। ਕਿੰਨੇ ਕਰਮ ਕਰਦਾ ਔਰ ਓਨੇ ਸ਼ੰਕੇ ਮਨ ਦੇ ਵਿੱਚ, ਓਨੇ ਭਰਮ ਮਨ ਦੇ ਵਿੱਚ ਪੈ ਜਾਂਦੇ ਨੇ। ਔਰ ਜਿੰਨਾ ਭਰਮਾਂ ਦੇ ਵਿੱਚ ਮਨੁੱਖ ਪੈਂਦਾ, ਸ਼ੰਕਿਆਂ ਦੇ ਵਿੱਚ ਮਨੁੱਖ ਪੈਂਦਾ, ਉਹ ਮਨੁੱਖ ਕਦੀ ਮੰਜ਼ਿਲ ਤੇ ਨਹੀਂ ਪਹੁੰਚਦਾ। ਭਰਮਾਂ ਵਿੱਚ ਪਿਆ ਹੋਇਆ ਮਨੁੱਖ, ਸ਼ੰਕਿਆਂ ਦੇ ਵਿੱਚ ਪਿਆ ਹੋਇਆ ਮਨੁੱਖ, ਉਹ ਮੰਜ਼ਿਲ ਤੱਕ ਨਹੀਂ ਪੜ ਸਕਦਾ, ਮੰਜ਼ਿਲ ਨਹੀਂ ਉਹਨੂੰ ਪ੍ਰਾਪਤ ਹੁੰਦੀ। ਜਿਹੜੇ ਸ਼ੰਕੇ ਨੇ, ਜਿਹੜੇ ਸ਼ਿਕਵੇ ਨੇ, ਜਿਹੜਾ ਸ਼ੱਕ ਹੈ, ਸ਼ੱਕ ਦੇ ਕਾਰਨ ਦੂਰੀਆਂ ਪੈਦਾ ਹੁੰਦੀਆਂ ਨੇ। ਔਰ ਸਤਿਗੁਰੂ ਜੀ ਨੇ ਬਚਨ ਕੀਤਾ, ਕਰਮੀ ਸਹਿਜ ਨਾ ਉਪਜੈ, ਬਿਨ ਸਹਿਜੈ ਸਹਿਸਾ ਨਾ ਜਾਏ। ਸਹਿਸਾ ਕਹਿੰਦੇ ਨੇ ਸ਼ੰਕੇ ਨੂੰ। ਦੋ ਗੱਲਾਂ ਇਸ ਪੰਕਤੀ ਦੇ ਵਿੱਚ, ਇੱਕ ਸਹਿਜ ਤੇ ਦੂਸਰਾ ਸੰਸਾ। ਸੰਸਾ ਮੈਨੇ ਭਰਮ ਕਹਿ ਲੋ, ਸ਼ੱਕ ਕਹਿ ਲੋ, ਇੱਕੋ ਹੀ ਗੱਲ ਹੈ। ਪਰ ਮਨੁੱਖ ਨੂੰ ਭਰਮ ਜਿਹੜਾ ਉਹ ਚੰਗਾ ਲੱਗਦਾ ਹੈ। ਅਸੀਂ ਦੇਖਦੇ ਹਾਂ ਨਾ, ਜਿਹੜਾ ਭਰਮ ਹੋਵੇ ਉਹ ਸਾਨੂੰ ਜ਼ਿਆਦਾ ਚੰਗਾ ਲੱਗਦਾ ਹੈ। ਗੁਰਦੁਆਰੇ ਆਉਂਦੇ ਆਪਾਂ ਸਹਿਜ ਅਵਸਥਾ ਵਿੱਚ, ਆਪ ਤੁਰੇ ਆ ਰਹੇ ਹਾਂ, ਰੋਜ਼ ਦੀ ਸਾਡੀ ਕਿਰਿਆ ਗੁਰਦੁਆਰੇ ਆ ਕੇ ਮੱਥਾ ਟੇਕਣਾ, ਸੁਭਾਵਕ ਆ ਕੇ ਗੁਰੂ ਦੇ ਚਰਨਾਂ ਵਿੱਚ ਮੱਥਾ ਟੇਕਿਆ। ਉਸ ਪਾਸੇ ਹਰ ਇੱਕ ਮਨੁੱਖ ਦਾ ਧਿਆਨ ਨਹੀਂ ਜਾਂਦਾ। ਪਰ ਕੋਈ ਮਨੁੱਖ ਕਰਮ ਕਰਕੇ ਆਵੇ ਨਾ, ਕਰਮ ਕਾਂਡ ਜਾ ਕਰਕੇ, ਮੈਂ ਤਾਂ ਨੰਗੇ ਪੈਰੀਂ ਚੱਲਣਾ ਘਰੋਂ, ਉਹਦੇ ਪੈਰਾਂ ਵੱਲ ਹਰ ਇੱਕ ਦਾ ਧਿਆਨ ਜਾਂਦਾ ਹੈ।
मैं आ कर्म करके जाना है गुरुद्वारे, उस पासे ध्यान जाता है, क्योंकि वो कहते आ बंदा बड़ा चंगा है, देखो घरों नंगे पैरी तुरिया। वो संजम तो बिना साध संगत जी सतगुरु जी ने पावन बाणी दे विच जिहड़ा सानू अज उपदेश बख्शिया, करमी सहज न उपजै बिन सहज है। जिन्नी देर तक मनुख दे मन विच सहज नहीं पैदा हुंदा और उन्नी देर तक मन दे विचों भरम नहीं खत्म हुंदे, संसा दूर नहीं हुंदा, शक दूर नहीं हुंदा, सानू भरम चंगा लगन लग जांदा है। बस यही धर्म है। और कई बार संसे जिहड़े मनुख दे इन्ने वध जांदे ने, वो सोचदा है कि ज़्यादा मैं बोला ही ना, यही बहुत वड्डा धर्म दा कर्म होएगा, मैं फलानी जगह ते जाके आ जावां, उत्थे रब मिल जाना, उत्थे मैनूं सुख मिल जाना। ये भरम ने सारे, यही भुलेखे ने। और सतगुरु जी पावन बाणी दे विच जो वचन करते हैं कि जिन्ने मर्जी असीं कर्म कांड कर लीए, कर्मा कांडां दे नाल जिन्ने मर्जी एक नहीं अनेकां कर लीए, इन्हां दे नाल संसे नहीं खत्म होंदे। और जिन्नी देर तक मनुख नूं सहजता नहीं मिलती, कर्मा कांडां नाल सहजता नहीं प्राप्त होंदी, जिन्नी देर तक सहजता नहीं मिलती उन्नी देर तक शंके नहीं खत्म होंदे। और शंके नहीं खत्म होंदे, इसे करके परमात्मा दा प्यार नहीं प्राप्त होंदा। जिन्ने मर्जी कर्म कांड जतन मनुख करे, बंदे ने कर्म कांड इन्ने क अपना ले, उन्होंने गुरु धन श्री गुरु ग्रंथ साहिब जी महाराज जी की बाणी जदों आपां पढ़दे हां, इन्हां कर्मां कांडां दा सतगुरु जी खंडन करते हैं। और कर्मा कांडां दा खंडन करते हुए उन्हां कर्मा कांडां नूं जिन्हां नूं इन्हें महान समझे, क्योंकि कई बार कई मनुखा ने तो यह संजम बना लिया कि मैं अपने तन दे उत्ते कपड़ा नहीं पाउणा। वो संजम नहीं हैगा। संजम है अपनी सीमा दे विच रहना, उन्होंने संजम सतगुरु जी ने कहा। तैनूं लोड़ है तन नूं कज्जण वास्ते वस्त्र परमात्मा ने तेरे वास्ते बनाए ने, पा इनू संजम नहीं, इनू कर्म कांड आखिया जाता है। मैं कपड़े ही नहीं पाउणा तन दे उत्ते। और कई इन्ने कलीन हो गए वस्त्रां दे विच, दोनों नूं प्रवान नहीं गुरमत ने कीता। एक इन्ना कलीन हो गया कहता जिहड़े मैं एक वारी पाले दोबारा नहीं पाउणे, एक कहता मैं पाउणे ही नहीं, एक कहता जिहड़े एक वारी पाले दोबारा नहीं पाउणे, इन्ने मेरे कोल वस्त्र होने चाहिए ने। एक कहता मैं रोटी नहीं खानी, भुखा रहना, वर्त रखने ने, मैं रोटी खानी है नहीं, अन्न ग्रहण ही नहीं करना। दूसरा कहता 36 प्रकार तो बगैर मैं रोटी नहीं, जिन्नी देर तक इन्नियां थाली दे विच तो कौलियां ना पईयां हुण मैं रोटी नहीं खानी। एक 36 प्रकार के भोजन खांदा है, एक कहता मैं त्याग दिता अन्न, अन्न नूं लवे नहीं लगन देना। हुण इन्हां दोनां दे विच कित्थे सहजता है? दोनां विच नहीं किते आ रही सहजता। ना तो 36 प्रकार के भोजन खाण वाले विच, ना अन्न दे त्यागी दे विच। सतगुरु जी ने इन्हां दोनां व्यवस्था तो जिहड़ा मुक्त है उहदी गल सतगुरु पातशाह करदे ने। गुरु गरीब निवाज कहंदे गुरसिखा तेरे अंदर सहजता आउणी चाहीदी है, तेरे कर्म कांड ना बन जाण। कर्म करने ने पर कर्म कांड ना बन जाए कि उन्हां दे विच कोई रासी ना रहे, उन्हां दे विच प्यार ही ना होवे। सतगुरु जी ने किरपा करके सानू इन्हां कर्मा कांडां तो बचन का उपदेश दिता है। प्रिंसीपल गंगा सिंह जी एक गल लिखते ने, वो कहते सरमादिक फकीर होया, बहुत वड्डा फकीर इस्लाम धर्म का, जिन्हों औरंगजेब ने मारिया सी। औरंगजेब ने बहुत सारे लोग इस तरह मारे ने, सीधे किसी के उत्ते कोई केस नहीं, कोई मुकदमा नहीं, बस जबरदस्ती उन्होंने कतल कर दिता। सरमद इस्लाम धर्म का वह फकीर है, पर अपने तन के उत्ते कपड़े नहीं, वस्त्र नहीं पाउंदा। जदों उन्होंने बुलाया ना औरंगजेब ने, क्योंकि बहुत सारे धर्म के कट्टड़पंथियों ने शिकायत कीतियां कि वह वस्त्र नहीं पाउंदा, इस्लाम दे विच नंगन रहना पाप मन्निया जाता है। उन्होंने बुला के लियांदा, पेश किया गया औरंगजेब दे। औरंगजेब ने उन्होंने कहा तू वस्त्र क्यों नहीं पाउंदा?
ਨੰਗਾ ਕਿਉਂ ਫਿਰਦਾ ਹੈ? ਆਪਣੇ ਤਨ ਦੇ ਉੱਤੇ ਵਸਤਰ ਪਾ। ਆ ਦੇਖ ਮੈਂ ਵੀ ਤੇ ਪਾਏ ਹੋਏ ਨੇ, ਮੈਨੂੰ ਵੀ ਤੇ ਉਸ ਅੱਲਾ ਨਹੀਂ ਪੈਦਾ ਕੀਤਾ ਜਿਹੜੇ ਅੱਲਾ ਨੇ ਤੈਨੂੰ ਪੈਦਾ ਕੀਤਾ ਹੋਇਆ। ਤੂੰ ਆਪਣੇ ਤਨ ਤੇ ਵਸਤਰ ਕਿਉਂ ਨਹੀਂ ਪਾਉਂਦਾ? ਤਨ ਨੂੰ ਕੱਜਦਾ ਕਿਉਂ ਨਹੀਂ? ਤਾਂ ਅੱਗੇ ਉਸ ਫਕੀਰ ਨੇ ਜਵਾਬ ਦਿੱਤਾ, ਉਹ ਕਹਿੰਦਾ ਮੇਰੇ ਕੋਲ ਕੋਈ ਇਹੋ ਜਿਹੀ ਵਸਤੂ ਹੀ ਨਹੀਂ ਜਿਹੜੀ ਛੁਪਾ ਸਕਾਂ। ਮੈਨੂੰ ਕਿਹੜਾ ਕੋਈ ਗੁਨਾਹ ਦਿੱਤਾ ਹੈ ਰੱਬ ਨੇ? ਮੇਰੀ ਜ਼ਿੰਦਗੀ ਦੇ ਵਿੱਚ ਕੋਈ ਗੁਨਾਹ ਨਹੀਂ। ਜਦੋਂ ਐਬ ਹੀ ਨਹੀਂ ਕੋਈ ਕੀਤਾ, ਗੁਨਾਹ ਹੀ ਕਿਉਂ ਨਹੀਂ ਕੀਤਾ, ਫਿਰ ਪੜਦਾ ਕਿਉਂ ਕਰਾਂ? ਉਹਨੇ ਇਹ ਦਲੀਲ ਦਿੱਤੀ। ਔਰੰਗਜ਼ੇਬ ਕਹਿੰਦਾ ਇਹਦਾ ਮਤਲਬ ਅਸੀਂ ਜਿਹੜੇ ਬੈਠੇ ਹਾਂ ਅਸੀਂ ਐਬਾਂ ਨਾਲ ਭਰੇ ਹੋਏ ਹਾਂ, ਅਸੀਂ ਔਗਣਾਂ ਨਾਲ ਭਰੇ ਹੋਏ ਹਾਂ। ਸਰਮਦ ਕਹਿੰਦਾ ਹਾਂ, ਕਿਉਂਕਿ ਅਸੀਂ ਉਸੇ ਚੀਜ਼ ਨੂੰ ਛੁਪਾਉਂਦੇ ਹਾਂ ਜਿਹੜੀ ਔਗਣ ਹੋਵੇ। ਅਸੀਂ ਔਗਣਾਂ ਨੂੰ ਛੁਪਾਉਂਦੇ ਹਾਂ, ਐਬਾਂ ਨੂੰ ਛੁਪਾਉਂਦੇ ਹਾਂ। ਜਦੋਂ ਇਹ ਗੱਲ ਆਖੀ ਬੜਾ ਗੁੱਸਾ ਤੇ ਆਇਆ ਔਰੰਗਜ਼ੇਬ ਨੂੰ। ਉਹਨੇ ਇੱਕ ਬੜੀ ਸੋਹਣੀ ਪੋਸ਼ਾਕ ਉਹਦੇ ਸਾਹਮਣੇ ਪੇਸ਼ ਕਰ ਦਿੱਤੀ। ਕਹਿੰਦਾ ਲੈ ਫਕੀਰਾ ਪਾ ਲੈ ਇਹਨੂੰ ਗਲ ਦੇ ਵਿੱਚ। ਉਹਨੇ ਅੱਗ ਲਾ ਦਿੱਤੀ। ਕਹਿੰਦਾ ਮੈਂ ਨਹੀਂ ਆਪਣੇ ਤਨ ਨੂੰ, ਮੇਰੇ ਵਿੱਚ ਕੋਈ ਗੁਨਾਹ ਨਹੀਂ, ਕੋਈ ਐਬ ਨਹੀਂ। ਤੂੰ ਐਬਾਂ ਦਾ ਭਰਿਆ ਹੋਇਆ, ਤੂੰ ਆਪਣੇ ਤਨ ਨੂੰ ਢੱਕ ਲੈ, ਤੂੰ ਕੱਜ ਲੈ। ਗੁਰਬਾਣੀ ਨੇ ਦੋਨਾਂ ਨੂੰ ਪ੍ਰਵਾਨ ਨਹੀਂ ਕੀਤਾ। ਸਤਿਗੁਰੂ ਜੀ ਕਹਿੰਦੇ ਸੰਜਮ ਦੇ ਵਿੱਚ ਰਹਿਣਾ ਹੈ, ਜਿੰਨਾ ਕੁ ਲੋੜ ਹੈ ਓਨਾ ਕੁ ਵਸਤਰ ਵੀ ਪਾਉਣਾ ਹੈ, ਪਰ ਇੰਨਾ ਵੀ ਨਹੀਂ ਪਾਉਣਾ। ਨਾ ਪਾਉਣ ਦੇ ਨਾਲ ਵੀ ਵਿਕਾਰ ਪੈਦਾ ਹੁੰਦੇ ਨੇ, ਬਹੁਤ ਸਾਰੇ। ਜ਼ਿਆਦਾ ਪਾਉਣ ਦੇ ਨਾਲ ਵੀ ਤਾਂ ਰੋਗ ਲੱਗ ਸਕਦੇ ਨੇ, ਐਬ ਲੱਗ ਸਕਦੇ ਨੇ। ਸਤਿਗੁਰੂ ਜੀ ਕਹਿੰਦੇ ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪੈਦਾ ਤਨ ਪੀੜੀ ਹੈ। ਇਦਾਂ ਦਾ ਕੱਪੜਾ ਸਾਨੂੰ ਨਹੀਂ ਪਾਉਣਾ ਚਾਹੀਦਾ ਜਿਹਦੇ ਨਾਲ ਮਨ ਦੇ ਵਿੱਚ ਵਿਕਾਰ ਪੈਦਾ ਹੋਣ, ਜਿਹੜੇ ਦੂਸਰੇ ਦੇ ਧਿਆਨ ਨੂੰ ਭਟਕਾਉਂਦੇ ਹੋਣ। ਬਾਬਾ ਹੋਰ ਪਹਿਨਣ, ਹੋਰ ਪਹਿਨੋ, ਬੜੀ ਖੁਸ਼ੀ ਨਾਲ, ਸੋਹਣੇ ਤੋਂ ਸੋਹਣੇ, ਚੰਗੇ ਤੋਂ ਚੰਗੇ ਵਸਤਰ ਪਾਓ। ਸਤਿਗੁਰੂ ਜੀ ਕਹਿੰਦੇ ਕੋਈ ਮਨਾਹੀ ਨਹੀਂ, ਗੁਰਮਤਿ ਦੇ ਵਿੱਚ ਕਿਸੇ ਨੂੰ ਮਨਾ ਨਹੀਂ ਕੀਤਾ ਤੂੰ ਕਿਹੜਾ ਰੰਗ ਨਹੀਂ ਪਾਉਣਾ। ਪਾ ਜਿੱਦਾਂ ਦੇ ਤੈਨੂੰ ਸੋਹਣੇ ਲੱਗਦੇ ਨੇ, ਸੋਹਣੇ ਪਾ, ਪਰ ਉਹ ਤੇਰੇ ਵਸਤਰ ਜਿਹੜੇ ਨੇ ਉਹ ਵਿਕਾਰ ਨਾ ਪੈਦਾ ਕਰਨ, ਨਾ ਤੇਰੇ ਮਨ ਵਿੱਚ ਨਾ ਵੇਖਣ ਵਾਲੇ ਦੇ ਮਨ ਦੇ ਵਿੱਚ। ਤੇਰਾ ਖਾਣਾ ਉਹ ਖਾ ਜਿਹੜਾ ਤੇਰੇ ਮਨ ਵਿੱਚ ਵਿਕਾਰ ਨਾ। ਸੋਹਣੇ ਤੋਂ ਸੋਹਣਾ, ਚੰਗੇ ਤੋਂ ਚੰਗਾ ਭੋਜਨ ਖਾ। ਸਤਿਗੁਰੂ ਜੀ ਕਹਿੰਦੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਖੁਸ਼ੀ ਨਾਲ ਖਾ, ਪਰ ਐਦਾਂ ਦਾ ਖਾਈ ਜਿਹਦੇ ਨਾਲ ਵਿਕਾਰ ਨਾ ਪੈਦਾ ਹੋਣ। ਇਹ ਨਾ ਹੋਵੇ ਕੁੱਤੇ ਮੂੰਹ ਚੱਟੀ ਜਾਣ ਉਸ ਤੋਂ ਬਾਅਦ, ਖਾਣ ਪੀਣ ਤੋਂ ਬਾਅਦ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਗੁਰੂ ਦੇ ਕੋਲ ਆ ਕੇ ਇਹ ਸਹਿਜ ਸਾਡੇ ਜੀਵਨ ਵਿੱਚ ਆਉਂਦਾ ਹੈ। ਕਰਮਾਂ ਕਾਂਡਾਂ ਨਾਲ ਨਹੀਂ, ਜਿੰਨੇ ਮਰਜ਼ੀ ਕਰ ਲਈਏ ਕਰਮ ਕਾਂਡ, ਉਹਨਾਂ ਨਾਲ ਸਹਿਜ ਪ੍ਰਾਪਤ ਨਹੀਂ ਹੁੰਦਾ। ਸਹਿਜ ਜਦੋਂ ਪ੍ਰਾਪਤ ਹੁੰਦਾ ਗੁਰੂ ਦੇ ਕੋਲ ਆ ਕੇ ਹੁੰਦਾ। ਔਰ ਸਤਿਗੁਰੂ ਜੀ ਕਹਿੰਦੇ ਜਿੰਨੇ ਮਰਜ਼ੀ ਅਸੀਂ ਕਰਮ ਕਾਂਡ ਕਰ ਲਈਏ, ਇਹਨਾਂ ਕਰਮਾਂ ਦੇ ਨਾਲ, ਭੁੱਖੇ ਰਹਿਣ ਦੇ ਨਾਲ, ਨੰਗੇ ਫਿਰਨ ਦੇ ਨਾਲ, ਨੰਗੇ ਪੈਰੀ ਤੁਰੇ ਫਿਰਨ ਦੇ ਨਾਲ, ਭੋਰਿਆਂ ਵਿੱਚ ਰਹਿਣ ਦੇ ਨਾਲ, ਮੱਠਾਂ ਦੇ ਵਿੱਚ ਰਹਿਣ ਦੇ ਨਾਲ ਸਹਿਜ ਨਹੀਂ ਪ੍ਰਾਪਤ ਹੁੰਦਾ। ਔਰ ਸਹਿਜ ਤੋਂ ਬਿਨਾ ਸਤਿਗੁਰੂ ਜੀ ਕਹਿੰਦੇ ਸੰਸਾ ਨਹੀਂ ਜਾਂਦਾ। ਮਨ ਵਿੱਚ ਸ਼ੰਕਿਆਂ ਦੇ ਨਾਲ ਭਰਿਆ ਰਹਿੰਦਾ, ਜੇ ਮੈਂ ਆਹ ਕੰਮ ਨਾ ਕੀਤਾ ਤੇ ਆਹ ਨਾ ਹੋ ਜਾਏ। ਸ਼ੰਕੇ ਨੇ ਨਾ, ਸ਼ੰਕੇ ਦੂਰੀ ਪੈਦਾ ਕਰਦੇ ਨੇ। ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਬਖਸ਼ਿਸ਼ਾਂ ਕਰਦੇ ਨੇ, ਕਰਮੀ ਸਹਿਜ ਨਾ ਉਪਜੈ, ਬਿਨ ਸਹਿਜੈ ਸਹਿਸਾ ਨਾ ਜਾਏ। ਜਿੰਨੀ ਦੇਰ ਤੱਕ ਤੇਰੇ ਜੀਵਨ ਦੇ ਵਿੱਚ ਸਹਿਜ ਨਹੀਂ ਆਉਂਦਾ, ਗੁਰੂ ਗਰੀਬ ਨੇ ਆਵਾਜ਼ ਸਤਿਗੁਰੂ ਜੀ ਕਹਿੰਦੇ ਤੇਰੇ ਮਨ ਚੋਂ ਸੰਕੇ ਨਹੀਂ ਖਤਮ ਹੁੰਦੇ। ਔਰ ਸਹਿਜ ਕਿਵੇਂ ਪ੍ਰਾਪਤ ਹੋਣਾ ਹੈ, ਉਹ ਸਤਿਗੁਰੂ ਜੀ ਅਗਲੀਆਂ ਇਸੇ ਪੌੜੀ ਦੇ ਵਿੱਚ ਬਖਸ਼ਿਸ਼ ਕਰਦੇ ਨੇ, ਰਹਿਮਤਾਂ ਕਰਦੇ ਨੇ। ਪਹਿਲੀ ਪੰਕਤੀ ਦੇ ਵਿੱਚ ਜੋ ਬਚਨ ਕੀਤਾ, ਦੋ ਚੀਜ਼ਾਂ ਵੱਲ ਸਾਡਾ ਧਿਆਨ ਸਤਿਗੁਰੂ ਜੀ ਲੈ ਕੇ ਜਾਂਦੇ ਨੇ, ਇੱਕ ਸਹਿਜ ਤੇ ਦੂਸਰਾ ਸਹਿਸਾ। ਸਹਿਸਾ ਹੈਗਾ ਸ਼ੰਕਾ, ਜਿਹੜਾ ਸ਼ੰਕੇ ਮਨ ਵਿੱਚ ਪਰਨਾ ਸ਼ੱਕ। ਸਹਿਜ ਹੈ ਆਪਣੇ ਮਨ ਨੂੰ ਗੁਰੂ ਦੇ ਚਰਨਾਂ ਵਿੱਚ ਪ੍ਰਮਾਤਮਾ ਦੇ ਨਾਮ ਦੇ ਵਿੱਚ ਟਿਕਾਉਣਾ, ਭਟਕਣਾ ਤੋਂ ਰਹਿਤ ਹੋਣਾ। ਸਤਿਗੁਰੂ ਜੀ ਕਿਰਪਾ ਕਰਦੇ ਨੇ। ਫਿਰ ਇਹਦੀ ਪ੍ਰਾਪਤੀ ਕਿਵੇਂ ਹੁੰਦੀ ਹੈ, ਆਓ ਅਗਲੀਆਂ ਪੰਕਤੀਆਂ ਦੇ ਵਿੱਚ ਵਿਚਾਰ ਕਰੀਏ। ਪਾਤਸ਼ਾਹ ਕਿਰਪਾ ਕਰਦੇ ਹਨ। ਨਹਿ ਜਾਏ ਸਹਸਾ ਕਿਤੈ, ਸੰਜਮ ਰਹੇ ਕਰਮ ਕਮਾਏ। ਧਿਆਨ ਨਾਲ ਜਦੋਂ ਵੀ ਬਾਣੀ ਨੂੰ ਪੜੋ ਨਾ, ਧਿਆਨ ਨਾਲ ਪੜਿਆ ਕਰੋ। ਹੁਕਮਨਾਮਾ ਲੈਣ ਵਾਲੇ ਵੀ ਹਰ ਸਮੇਂ ਸਤਿਗੁਰੂ ਜੀ ਕਹਿੰਦੇ ਨੇ ਨਹਿ ਜਾਏ ਸਹਸਾ ਕਿਤੈ ਸੰਜਮ। ਇੱਥੇ ਜਾ ਕੇ ਵਿਸਰਾਮ, ਕਿਸੇ ਸੰਜਮ ਦੇ ਨਾਲ, ਜਿੰਨੇ ਅਸੀਂ ਸੰਜਮ ਕਰਦੇ ਹਾਂ ਕਿ ਕੱਪੜੇ ਨਾ ਪਾਈਏ,
रोटी छड़ दईए, इनू संजम नहीं आख्या जाता। संजम सतगुरु जी कहते संजम दे विच रहना ते इनू सौना भी बड़ा जरूरी है। कई कहते असीं सौंदे ही नहीं, सतगुरु जी कहते सौना भी तेरा संजम विच होवे। खा जो खाना है पर वह भी संजम दे विच होवे। बोल जिन्ना बोलदा है वह भी संजम दे विच होना चाहिए। सतगुरु जी कहते संजम तो बिना शंके खत्म नहीं होंदे, सहज अवस्था प्राप्त नहीं होंदी। न जाए सहसा, मन दे विचों शंके जिहड़े ने, बेकार जिहड़े ने, ओह किसी भी संजम दे नाल, जे असीं सोचीए नंगे रहण दे नाल साडे अंदरों शंके चले जाणगे, जां नंगे पैरी फिरन दे नाल, जां तीर्थां ते नहाउण दे नाल, इह साडे असीं भरम पाले होए ने अपने जीवन दे विच। सतगुरु गुरु ग्रंथ साहिब जी महाराज जी की बाणी दे विच इन्हां सारे भरमां नूं किन्ने असीं करदे हां। कर्म धर्म पखंड जो दिसै तिन जमजा गाती लुट है। पर नाल इह भी गल है, सतगुरु जी ने सानूं कर्म करन तो मना नहीं कीता। ये नहीं कहा कि तुसीं आपां बाणी पढ़दे आ भी ते कर्म है ना, पर तेरे कर्म दे विच वो कर्म कांड ना बन जाए, वो रस्मां तो अधीन ना हो जाए, तेरे कर्म दे विच प्यार होवे। हुण धूणियां तपा रहे ने, 7 धूणियां बाल लियां जी, 8 धूणियां बाल के विच बाबा बैठ जाता है ते ओहदा की फायदा साध संगत जी। एक गुरु की लोह दे कोल सतगुरु जी कहते तेरा तप प्यार बन जाए। सतगुरु गुरु गोबिंद सिंह जी महाराज कहते सिखा जे तू तप करना ना, गुरु की लोह दे कोल बैठ के प्रशादे पका, वो धूणियां नालों चंगा तप है तेरा। ये दास ने पहला भी बेनती की सी, एक बच्ची नौजवानी बीबी हर रोज गुरु गोबिंद सिंह जी महाराज जी के दरबार दे विच आया करे। पर उत्थे सतगुरु जी दे कोल आनंदपुर साहब बहुत संगतां होंदियां ने मत्था टेकण वालियां, बड़ी लंबी लाइन लगी हुंदी सी। जे ओ लड़की लाइन दे विच खड़ के मत्था टेके तां घंटा पौना घंटा लाइन च उहनूं खड़ना पैना सी। इसे करके वो की करया करे, बूहे तो मत्था टेक के जल्दी नाल दौड़ के वापस मुड़ जा करे। दौड़ी दौड़ी आउंदी सी, आके बूहे ते मत्था टेक के उत्थों ही वापस मुड़ जाया करे। गुरु कलगीधर पातशाह ने 1-2 दिन वेखिया, एक दिन गुरु दे सिख नूं हुक्म कीता, वो जिहड़ी बच्ची आई है ना मत्था टेकण वास्ते, उहनूं बुला के लेके आओ। सिख गए, जाके उस बीबी नूं बुला के लेके आए। आके उन्हें गुरु गोबिंद सिंह जी महाराज के चरणों ते मत्था टेकिया, हथ जोड़ के बेनती की, पिता गुरदेव की हुक्म है। गुरु कलगीधर पातशाह कहते धीए बच्चीए, मैं तेनों कई दिनों का देख रहा, तू आनी है बड़ी शरधा भावना दे नाल, दौड़ी दौड़ी आनी है, पर बूहे तो मत्था टेक के बड़ा जल्दी मुड़ जानी है। दरबार च आके मत्था क्यों नहीं टेकती, अंदर क्यों नहीं आती दरबार दे? वो लड़की कहती सच्चे पातशाह मैं आप दे दर्शन करन आउनी आ, मेरा दिल करदा है आप दे चरनां उत्ते सीस रख के मत्था टेकां, पर जे मैं लैन दे विच खड़ जावां ना, मैनूं 1 घंटा घट तो घट इन्नी संगत आप दे दर्शन करन वाली हुंदी है, लैन लगी हुंदी है, 1 घंटा ते घट तो घट लगेगा तुहाडे तक आउण वास्ते, मत्था टेकण वास्ते। पर मेरे माता पिता ने मैनूं एक सिक्ख्या होर दित्ती है, और वो सिक्ख्या की है कि गुरु की सेवा भी गुरु के दर्शन ने। गुरु के लंगर दे विच प्रशादे पकाउणे, गुरु के सिखां दे बर्तन मांजणे, ये भी गुरु के दर्शन ने। मैं मत्था टेकण वास्ते आउनी आ, इत्थे बहुत वड्डी लैन लगी हुंदी है। फिर मैं मन दे विच सोचिया किते ये ना होवे इत्थे मत्था टेकण लगी नूं किते गुरु के सेवा रूपी दर्शन भी मेरे हथों ना खुंज जाण, इसलिए मैं बूहे तो मत्था टेक के दौड़ के जाके लंगर दे विच प्रशादियां दी सेवा करदी हां। मेरे मन की भावना, मेरे मम्मी डैडी मेरे माता पिता मैनूं दसदे सी कि जिन्हें ये प्रशादे छकने ने वो भी गुरु का रूप ने, वो गुरु के प्यारे ने। जिहड़ा भी गुरु का प्रशादा छकदा वो गुरु का रूप हुंदा है। गुरु की सेवा करनी भी गुरु के दर्शन ने। इसलिए सतगुरु जी मैं तुहाडे बूहे ते मत्था टेक के तुहाडे दर्शन रूपी सेवा रूपी दर्शन जाके करदी हां, लंगर विच प्रशादे पकाउनी हां, और डर रहिंदा है किते सेवा वाले दर्शन भी मेरे हथों ना निकल जाण। इत्थे तां देर होनी ही होनी है,
किते जिहड़ी सेवा रूपी दर्शन है वो मेरे कोलों खुंझ ना जाण। मैं दौड़ के जाके लंगर दे विच प्रशादे पकाउण लग जानी आ, बर्तनां दी सेवा करदी आ। धन श्री गुरु गोबिंद सिंह जी महाराज कहंदे धीए धन है तू, धन ने तेरे माता पिता। कल तो सतगुरु जी कहते तेनों बूहे ते मत्था टेकण दी भी लोड़ नहीं, सीधी लंगर चली जाया कर, मैं तेनों उत्थे ही आके दर्शन दे दिया करांगा। आखो सतनाम। पातशाह कहते प्यार पैदा हुंदा सेवा दे नाल। लोह दे कोल बैठ के प्रशादे पकाउणे बीबियां पकाउंदियां ने, उन्होंने पुछो घंटा क जदों लंगर पकाउणा पवे किड्डा वड्डा तप है, वो धूणियां नालों ज़्यादा तप है। उत्थे धूणियां तपा के जिहड़ा बंदा बैठदा है, वो तां अपने तन नूं तपाउंदा है, होर कुछ नहीं। जिथे तन तप गया उन्हां दा मन उदों भी ज़्यादा तपदा है। एक बार ऐदां ही धूणियां तपाउण वाले ऋषि नूं किसी ने अपने घर बुला लिया कि असीं प्रशादा छकाउणा है, किरपा करियो आके लंगर छकियो। बड़े प्यार नाल उन्होंने प्रशादा, क्योंकि भावना सी कि बाबा जी बड़ा तप करते ने। 7 धूणियां तपाइयां, उन्हां दे विचाले गर्मी का महीना, उत्थे बैठ के तप करते ने। हुण बाबा जी नूं बुलाया प्रशादा छकाउण वास्ते। छोटा जिहा बच्चा उन्हां दे घर दे विच, ਉਹਨੂੰ प्यास लगी, बाबा थोड़ा देर नाल गया। लो लड़के ने कहा मैनू पानी ते पिला दो, रोटी तो चलो तुसीं बाबा जी दे छकण तो बाद च दिओगे, घट तो घट पानी ते पिला दो मैनू। माता पिता ने बच्चे नूं पानी पिला दिता। बाबा आया, बच्चा पानी पी रहा सी, क्रोध विच आया, मेरे आउण तो पहला तुसीं इहनूं पानी क्यों पिला दिता? तुहानूं पता नहीं पहला महापुरखों नूं भोजन छकाईंदा, मैं इन्ना तप करदा। सड़िया बलिया पिया सी, बाहरों धूणी नाल शरीर भी तपिया, अंदरों मन भी तपिया पिया सी। गुस्से दे विच आए ने, अपनी सिर दे विचों एक जटा पुट्टी, जमीन दे उत्ते पटक दित्ती, और वो जदों जमीन ते पटकी, उहदे विचों एक चड़ेल, एक डैण पैदा हुई, चड़ेल पैदा हुई। वो उस परिवार नूं खाण वास्ते दौड़ी, परिवार अगे अगे, वो चड़ेल पिछे पिछे लगी हुई है। वो एक गुरमुख प्यारे दे चरणां विच पहुंचे, उन्होंने मदद की ओदी। वो कहण लगे जे तेरे सिर दे विच चड़ेलां दा वस है, तू संसार दा की सवारना है? आही कुछ तप करके तेनों आही प्राप्ति हुई है कि अपने सिर विच चड़ेलां वसाईयां होईयां ने। जिहदे सिर विच चड़ेलां दा वास, वो तो संसार दा की भला होना है। गुरु दे दर ते सेवा करके मन विच निमरता आउंदी है, मन विच प्यार पैदा हुंदा है। ये लंगर जिन्हां ने छकड़ा है वो मेरे गुरु दे प्यारे ने। जिहड़े जोड़े असीं साफ कर रहे हैं, इन्हां दे विच गुरु नानक दे जोड़े ने, मेरे गुरु नानक दे प्यारियां दे जोड़े ने। गुरु अर्जन देव जी महाराज जी ने आप पिपली साहब गुरुद्वारे संगतां दी लंगर नाल सेवा की। जदों हरमंदर साहब वो दर्शन करन आईयां ना पेशावर दीयां संगतां, उदों सारियां नूं चिंता, क्योंकि हर एक दे मन विच ये इच्छा सी कि पहला गुरु अर्जन देव जी महाराज दे दर्शन असीं करिए। कोई भी जोड़ियां विच खड़न लई तैयार नहीं सी। धन श्री गुरु अर्जन देव जी महाराज जी ने भेख बदलिया होया सी। उन्होंने बेनती की, गुरसिखो तुसीं अंदर जाओ, दर्शन करो, तुहाडे जोड़ियां दी सेवा तुहाडा दास करेगा, मैं खड़दा जोड़ियां विच। गुरु अर्जन देव जी महाराज जोड़ियां विच खड़ गए। संगतां हरमंदर साहिब विच चलियां गईयां। सतगुरु जी ने सिर दा साफा उतारिया, एक एक जोड़ा चुक के मत्थे नाल लाउंदे ने, फिर अपने साफे दे नाल साफ करदे ने। जदों अंदर जाके देखिया संघासन खाली पिया, गुरु अर्जन देव जी महाराज उत्थे है नहीं। बेनती की बाबा बुढ़ा जी नूं, महाराज रात भी गुरु साहिबां ने दर्शन नहीं दिते, हुण भी सतगुरु जी दे दर्शन नहीं होए, की गलती साडे कोलों होई है? सतगुरु जी ने सानूं दर्शन क्यों नहीं दिते? बाबा बुढ़ा जी कहंदे तां रात दे तुहाडे नाल ने। रात जिन्हां ने तुहानूं लंगर छकाया उही गुरु अर्जन देव महाराज ने। जिहड़े भेख बदल के तुहानूं पक्खा झलदे रहे ने उही गुरु अर्जन देव जी महाराज ने। जिहड़े तुहाडे झूठे बर्तनां दी सेवा करदे रहे ने, बुजुर्गो तुहाडीआं लत्तां घुੱਟਦੇ रहे, ਉਹ धन श्री गुरु अर्जन देव जी महाराज सच्चे पातशाह ने। जिन्हां नूं तुसीं हुण जोड़ियां विच बिठा के आए हो, उही ने सच्चे पातशाह गुरु अर्जन देव जी महाराज। संगतां दौड़ के वापस आईयां। वेखिया सतगुरु गुरु अर्जन देव जी महाराज सिखां दे जोड़ियां नूं चुक के मस्तक नाल ला रहे ने। चरण फड़ ले संगत ने आके, सच्चे पातशाह एडा वड्डा पाप तुसीं साडे जोड़े साफ कर रहे हो, असीं तां तुहाडे जोड़े झाड़न वास्ते आए हां, तुसीं साडे जोड़े साफ कर रहे हो। गुरु अर्जन देव जी महाराज कहंदे तुहाडे जोड़े नहीं,
ਮੈਨੂੰ ਤਾਂ ਇਹਨਾਂ ਦੇ ਵਿੱਚ ਗੁਰੂ ਨਾਨਕ ਦੇ ਜੋੜੇ ਨਜ਼ਰ ਆ ਰਹੇ ਨੇ। ਮੈਂ ਤਾਂ ਗੁਰੂ ਨਾਨਕ ਦੇ ਜੋੜੇ ਕਿੰਨਾ ਪਿਆਰ ਸਤਿਗੁਰੂ ਜੀ ਸਿਖਾ ਰਹੇ ਨੇ ਗੁਰਸਿੱਖਾਂ ਨੂੰ ਆਪਸ ਵਿੱਚ ਕਰਨਾ। ਇੱਕ ਸਿੱਖ ਦੇ ਵਿੱਚੋਂ ਦੂਸਰੇ ਸਿੱਖ ਨੂੰ ਗੁਰੂ ਨਾਨਕ ਦਿਸੇ, ਇੱਕ ਸਿੱਖ ਦੇ ਜੋੜਿਆਂ ਦੇ ਵਿੱਚੋਂ ਗੁਰੂ ਨਾਨਕ ਦੇ ਜੋੜੇ ਨਜ਼ਰ ਆਉਣ। ਜਿਹਦੇ ਵਾਸਤੇ ਪ੍ਰਸ਼ਾਦਾ ਪਕਾਉਣਾ ਉਹ ਗੁਰੂ ਦੇ ਪਿਆਰੇ। ਸਾਧ ਸੰਗਤ ਜੀ, ਬੜਾ ਦੁੱਖ ਹੁੰਦਾ ਹੈ ਜਦੋਂ ਕੋਈ ਸਿੱਖ ਗੁਰੂ ਕਾ ਲੰਗਰ ਛਕਣ ਵਾਲਿਆਂ ਨੂੰ ਵੀ ਕੌੜਾ ਬੋਲਦਾ। ਇਸ ਲਈ ਜਦੋਂ ਪ੍ਰਸ਼ਾਦੇ ਵਰਤਾਉਂਦੇ ਆ ਨਾ, ਉਦੋਂ ਵੀ ਧਿਆਨ ਰੱਖੋ ਕਿ ਜਿਹੜੇ ਛਕਣ ਵਾਲੇ ਨੇ ਇਹ ਗੁਰੂ ਨਾਨਕ ਦਾ ਰੂਪ ਨੇ। ਕੋਈ ਕੌੜਾ ਬਚਨ ਨਾ ਬੋਲਿਆ ਕਰੋ। ਪ੍ਰਸ਼ਾਦੇ ਬਣਾਉਣ ਲੱਗਿਆਂ ਵੀ ਉੱਥੇ ਸ਼ਰਧਾ ਤੇ ਭਾਵਨਾ ਹੋਵੇ, ਕਿਉਂ ਨਹੀਂ ਗੁਰੂ ਵਿੱਚ ਆਪ ਵਰਤਦਾ। ਸਤਿਗੁਰੂ ਕਹਿੰਦੇ ਨੇ ਮੈਂ ਆਪ ਤੈਨੂੰ ਦਰਸ਼ਨ ਦੇਵਾਂਗਾ। ਮਹਾਰਾਜਾ ਪਟਿਆਲਾ, ਮਹਾਰਾਜਾ ਆਲਾ ਸਿੰਘ ਜੀ ਦੇ ਨਾਂ ਤੇ ਪਟਿਆਲਾ ਸ਼ਹਿਰ ਵਸਿਆ। ਉਹ ਹਰ ਰੋਜ਼ ਗੁਰੂ ਕੇ ਲੰਗਰ ਦੇ ਵਿੱਚ ਆ ਕੇ ਦੋਨੋਂ ਪਤੀ ਪਤਨੀ ਸੇਵਾ ਕਰਦੇ ਨੇ ਲੰਗਰ ਵਰਤਾਉਣ ਦੀ। ਮਹਾਰਾਣੀ ਨੇ ਹੱਥ ਵਿੱਚ ਬਾਲਟੀ ਫੜੀ ਹੋਈ ਹੈ, ਦਾਲ ਵਰਤਾ ਰਹੀ ਹੈ। ਸੰਗਤਾਂ ਪ੍ਰਸ਼ਾਦੇ ਛਕ ਰਹੀਆਂ ਨੇ। ਇੱਕ ਨਿਹੰਗ ਸਿੰਘ ਉਹਨੇ ਬਾਟਾ ਮੂਹਰੇ ਕੀਤਾ, ਮਹਾਰਾਣੀ ਨੇ ਦਾਲ ਪਾਈ। ਹੁਣ ਦਾਲ ਥੋੜੀ ਜਿਹੀ ਪਤਲੀ ਸੀ ਉਸ ਦਿਨ। ਦਾਲ ਪਤਲੀ ਵੇਖ ਕੇ ਉਹ ਕਹਿੰਦਾ ਇਹ ਦਾਲ ਹੈ, ਇਹਦੇ 'ਚ ਤਾਂ ਦਾਲ ਨਾਲੋਂ ਜ਼ਿਆਦਾ ਪਾਣੀ ਤੁਸੀਂ ਪਾ ਰੱਖਿਆ, ਮੈਂ ਕੀ ਕਰਾਂ ਇਸ ਦਾਲ ਦਾ। ਰਾਣੀ ਨੂੰ ਗੁੱਸਾ ਆਇਆ ਕਿ ਨਾਲੇ ਤਾਂ ਅਸੀਂ ਸੇਵਾ ਕਰਦੇ ਆ, ਨਾਲੇ ਇਦਾਂ ਦੇ ਬਚਨ ਬੋਲਦੇ ਨੇ। ਜਦੋਂ ਨਿਹੰਗ ਸਿੰਘ ਨੇ ਕਿਹਾ ਮੈਂ ਇਹਦਾ ਕੀ ਕਰਾਂ, ਰਾਣੀ ਕਹਿੰਦੀ ਮੇਰੇ ਸਿਰ 'ਚ ਪਾ ਦੇ। ਉੱਠਿਆ ਨਿਹੰਗ ਸਿੰਘ, ਚੁੱਕਿਆ ਬਾਟਾ ਦਾਲ ਦਾ, ਰਾਣੀ ਦੇ ਸਿਰ 'ਚ ਪਾ ਦਿੱਤਾ। ਮਹਾਰਾਜਾ ਆਲਾ ਸਿੰਘ ਦੀ ਘਰਵਾਲੀ ਦੇ ਜਦੋਂ ਸਿਰ ਦੇ ਵਿੱਚ ਪਾ ਦਿੱਤਾ, ਉਹ ਆਲਾ ਸਿੰਘ ਜੀ ਦੇ ਕੋਲ ਜਾ ਕੇ ਕਿਹਾ ਤੁਸੀਂ ਇਹਨਾਂ ਸਿੱਖਾਂ ਦੀ ਸੇਵਾ ਕਰਦੇ ਹੋ, ਦੇਖ ਕਿੱਡੇ ਗੁਸਤਾਖ ਨੇ ਇਹ, ਜਿਨ੍ਹਾਂ ਨੂੰ ਪ੍ਰਸ਼ਾਦਾ ਛਕਾ ਰਹੇ ਹੋ ਉਹਨੇ ਮੇਰੇ ਸਿਰ ਵਿੱਚ ਦਾਲ ਪਾ ਦਿੱਤੀ। ਆਲਾ ਸਿੰਘ ਕਹਿੰਦੇ ਗੁਰੂ ਦਾ ਸਿੱਖ ਇਸ ਤਰ੍ਹਾਂ ਤੇ ਨਹੀਂ ਕਰਦਾ, ਤੂੰ ਕੋਈ ਗੁਸਤਾਖੀ ਕੀਤੀ ਹੋਣੀ, ਤੂੰ ਕੀ ਆਖਿਆ ਸੀ ਉਹਨੂੰ। ਫਿਰ ਉਹਨੇ ਜਦੋਂ ਸਾਰੀ ਗੱਲ ਦੱਸੀ, ਉਹ ਕਹਿੰਦੀ ਫਿਰ ਹੋਰ ਕੀ ਹੋਵੇ। ਬਾਬਾ ਆਲਾ ਸਿੰਘ ਕਹਿੰਦੇ ਹੋਰ ਕੀ ਹੋਵੇ, ਤੂੰ ਜੋ ਕੁਝ ਮੰਗਿਆ ਸੀ ਉਹ ਤੈਨੂੰ ਮਿਲ ਗਿਆ, ਤੂੰ ਕਿਹਾ ਮੇਰੇ ਸਿਰ ਦੇ ਵਿੱਚ ਪਾ ਦੇ। ਐਦਾਂ ਦੇ ਹੰਕਾਰੀ ਸਿਰਾਂ ਦੇ ਵਿੱਚ ਗਰਮ ਦਾਲਾਂ ਹੀ ਪੈਂਦੀਆਂ ਨੇ। ਇੱਥੇ ਤਾਂ ਨਿਮਰਤਾ ਦੇ ਨਾਲ, ਪਿਆਰ ਦੇ ਨਾਲ ਸੇਵਾ ਕਰਨੀ ਪੈਂਦੀ ਹੈ। ਜਿਹੜਾ ਵੀ ਬੋਲ ਰਿਹਾ ਉਹ ਗੁਰੂ ਦਾ ਪਿਆਰਾ ਹੀ ਹੁੰਦਾ ਹੈ। ਉਹਨਾਂ ਨੂੰ ਪਿਆਰ, ਸ਼ਰਧਾ, ਭਾਵਨਾ ਨਾਲ ਸੇਵਾ ਕਰ। ਇਸ ਲਈ ਤੇਰਾ ਕਰਮ ਜਿਹੜਾ ਇਹ ਨਾ ਹੋਵੇ ਲੰਗਰ ਬਣਾਉਣਾ, ਲੰਗਰ ਵਰਤਾਉਣਾ ਕਰਮ ਕਾਂਡ ਨਾ ਬਣ ਜਾਏ। ਇਹਦੇ ਵਿੱਚ ਪਿਆਰ ਹੋਵੇ, ਪ੍ਰੇਮ ਹੋਵੇ। ਸਤਿਗੁਰੂ ਜੀ ਕਹਿੰਦੇ ਨਹੀਂ ਤਾਂ ਕਰਮਾਂ ਦੇ ਨਾਲ ਇਹ ਜਿੰਨੇ ਕਰਮ ਕਾਂਡ ਅਸੀਂ ਕਰਦੇ ਆ, ਇਹਨਾਂ ਦੇ ਨਾਲ ਸਹਿਜ ਨਹੀਂ ਮਿਲਣਾ। ਸਹਿਜ ਉਹਦੇ ਪ੍ਰਾਪਤ ਹੋਣਾ ਜਦੋਂ ਇਹਦੇ ਵਿੱਚ ਪਿਆਰ ਭਰ ਦਿੱਤਾ। ਤੇਰੀ ਸੇਵਾ ਵਿੱਚ, ਤੇਰੇ ਸਿਮਰਨ ਦੇ ਵਿੱਚ, ਤੇਰੇ ਕਰਮਾਂ ਦੇ ਵਿੱਚ ਸਹਿਜ ਆ ਜਾਏ। ਸਹਿਜ ਉਦੋਂ ਆਉਣਾ ਜਦੋਂ ਇਹਦੇ ਵਿੱਚ ਰਸ ਹੋਏਗਾ, ਇਕੱਲੀ ਰਸਮ ਨਾ ਬਣ ਕੇ ਰਹਿ ਜਾਏ। ਮਹਾਰਾਜਾ ਬਾਬਾ ਆਲਾ ਸਿੰਘ ਨੇ ਕਿਹਾ ਤੂੰ ਜੋ ਮੰਗਿਆ ਤੈਨੂੰ ਮਿਲ ਗਿਆ। ਨਿਮਰਤਾ ਨਾਲ, ਪਿਆਰ ਨਾਲ ਸੇਵਾ ਕਰੋ। ਸਤਿਗੁਰੂ ਜੀ ਕਹਿੰਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ, ਧੀਏ ਮੈਂ ਤੈਨੂੰ ਉੱਥੇ ਆ ਕੇ ਦਰਸ਼ਨ ਦੇਵਾਂਗਾ, ਤੂੰ ਸੇਵਾ ਕਰਿਆ ਕਰ। ਇੰਨੀ ਭਾਵਨਾ ਤੇਰੇ ਮਨ ਦੇ ਵਿੱਚ ਹੈ। ਸਤਿਗੁਰੂ ਜੀ ਕਹਿੰਦੇ ਨਹਿ ਜਾਏ ਸਹਸਾ ਕਿਤੈ ਸੰਜਮ। ਜਿਹੜੇ ਕਰਮ ਕਰਦੇ ਨੇ ਨਾ, ਸੰਜਮ ਕਹਿੰਦੇ ਨੇ ਕਿ ਅਸੀਂ ਬੜਾ ਸੰਜਮ ਰੱਖਿਆ, ਅਸੀਂ ਤਾਂ ਕੱਪੜੇ ਨਹੀਂ ਪਾਉਂਦੇ, ਅਸੀਂ ਤਾਂ ਪੈਰਾਂ ਵਿੱਚ ਜੁੱਤੀ ਨਹੀਂ ਪਾਉਂਦੇ, ਸਾਡੇ ਵਰਗਾ ਸੰਜਮ ਕਿਹਨੇ ਰੱਖਣਾ। ਔਰ ਸਤਿਗੁਰੂ ਜੀ ਇਹੋ ਜਿਹੇ ਲੋਕਾਂ ਨੂੰ ਸੰਬੋਧਨ ਕਰਕੇ ਕਹਿੰਦੇ ਨੇ ਉਹ ਪੈਰਾਂ ਵਿੱਚ ਜੁੱਤੀ ਨਾ ਪਾਉਣ ਵਾਲਿਆ, ਬਾਂਦਰਾਂ ਨੇ ਕਿਹੜਾ ਜੋੜੇ ਪਾਏ ਨੇ, ਉਹਨਾਂ ਦੇ ਪੈਰਾਂ 'ਚ ਕਿਹਨੇ ਜੁੱਤੀ ਪਾਈ ਹੈ। ਬਾਂਦਰਾ ਸਦੀਵ ਨਾ ਪਾਏ ਨਾਂਗੇ ਹੀ ਫਿਰਤ ਹੈ। 10ਵੇਂ ਪਾਤਸ਼ਾਹ ਕਹਿੰਦੇ ਬਾਂਦਰ ਸਦਾ ਨੰਗੇ ਪੈਰੀਆਂ ਰਹਿੰਦੇ ਨੇ। ਮੌਨ ਧਾਰਨ ਨਾਲ, ਕੋਈ ਕਹਿੰਦੇ ਅਸੀਂ ਬੋਲਣਾ ਹੀ ਨਹੀਂ, ਇੰਨਾ ਸੰਜਮ, ਅਸੀਂ ਬੋਲਣਾ ਨਹੀਂ, ਕਾਗਜ਼ਾਂ ਤੇ ਲਿਖ ਲਿਖ ਕੇ ਦੇਈ ਜਾਂਦੇ ਨੇ। ਉਹ ਵੀ ਤਾਂ ਬੋਲੇ ਹੀ ਹੈ, ਤੂੰ ਜ਼ੁਬਾਨ ਨਾਲ ਨਹੀਂ ਬੋਲਦਾ, ਲਿਖ ਕੇ ਦੇਈ ਜਾਂਦਾ। ਮਨ ਤੇਰਾ ਭੌਂਕ ਰਿਹਾ ਹੈ, ਮਨ ਨਾਲ ਤਾਂ ਬੋਲ ਰਿਹਾ, ਮਨ ਤਾਂ ਤੇਰਾ ਪਤਾ ਨਹੀਂ ਕੀ ਕੁਝ ਬੋਲੀ ਜਾਂਦਾ। ਜ਼ਬਾਨ ਬੋਲਣ ਤੋਂ ਰੋਕ ਲਈ, ਇਹਨੂੰ ਕਹਿੰਦਾ ਸੰਜਮ ਦੇ ਲਿਆ। ਇਹ ਸੰਜਮ ਨਹੀਂ। ਸਤਿਗੁਰੂ ਜੀ ਕਹਿੰਦੇ ਮਨ ਤੇਰਾ ਉਵੇਂ ਜਿਵੇਂ ਬੋਲੀ ਜਾਂਦਾ। ਜੇ ਐਦਾਂ ਮੌਨ ਧਾਰਨ ਨਾਲ ਰੱਬ ਮਿਲਦਾ, 10ਵੇਂ ਪਾਤਸ਼ਾਹ ਕਹਿੰਦੇ ਦਰਖਤਾਂ ਦੇ ਮੌਨ ਦੇ ਉੱਤੇ ਕੋਈ ਸ਼ੱਕ ਨਹੀਂ ਕਰ ਸਕਦਾ। ਦਰਖਤ ਨੂੰ ਕੋਈ ਵੱਢ ਦਵੇ, ਪੱਥਰ ਮਾਰੇ, ਜੋ ਮਰਜ਼ੀ ਕਰੇ, ਉਹ ਕਦੀ ਬੋਲਦਾ ਹੀ ਨਹੀਂ। ਅੱਗੇ ਉਹ ਦਰਖਤ ਚੀਰ ਦਿੰਦੇ ਨੇ ਲੋਕ, ਦੁਫਾੜ ਕਰ ਦਿੰਦੇ ਨੇ, ਉਸ ਤੋਂ ਬਾਅਦ ਵੀ ਇਹਨੂੰ ਬਖਸ਼ਦੇ ਨਹੀਂ, ਜਲਾ ਦਿੰਦੇ ਨੇ। ਦਰਖਤ ਜਿੰਨਾ ਮੌਨ ਕੌਣ ਰੱਖ ਲਏਗਾ। ਸਤਿਗੁਰੂ ਜੀ ਕਹਿੰਦੇ ਮਿਲ ਗਿਆ ਰੱਬ, ਉਹ ਵੀ ਵਿਚਾਰੇ ਜੂਨੀਆਂ ਵਿੱਚ ਭਟਕਦੇ ਰਹਿੰਦੇ ਨੇ। ਦਰਖਤ ਵੀ ਇੱਕ ਜੂਨੀ ਹੈ।
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹਨਾਂ ਸਾਰੇ ਕਰਮਾਂ ਕਾਂਡਾਂ ਦਾ ਖੰਡਨ ਕਰਦੇ ਨੇ। ਗੁਰਬਾਣੀ ਸਾਰਿਆਂ ਕਰਮਾਂ ਕਾਂਡਾਂ ਦਾ ਖੰਡਨ ਕਰਦੀ ਹੈ। ਸਤਿਗੁਰੂ ਜੀ ਕਹਿੰਦੇ ਤੇਰੇ ਕਰਮਾਂ ਦੇ ਵਿੱਚ ਪਿਆਰ ਸਹਿਜ ਆ ਜਾਏ, ਟਿਕਾ ਆ ਜਾਏ। ਜਿਹੜੇ ਕਰਮ ਕਰਨ ਦੇ ਨਾਲ ਸਹਿਜ ਹੀ ਨਹੀਂ ਆਇਆ ਜ਼ਿੰਦਗੀ ਦੇ ਵਿੱਚ, ਸਤਿਗੁਰੂ ਜੀ ਕਹਿੰਦੇ ਨਹਿ ਜਾਏ ਸਹਿਸਾ ਕਿਤੈ ਸੰਜਮ। ਇਹ ਜਿਹੜਾ ਸਹਿਸਾ ਹੈ, ਸ਼ੱਕ ਹੈ, ਮਨ ਦੇ ਵਿੱਚ ਭਰਮ ਹੈ, ਉਹ ਕਿਸੇ ਸੰਜਮ ਨਾਲ ਨਹੀਂ ਜਾਂਦਾ, ਕਿਸੇ ਸੰਜਮ ਨਾਲ ਨਹੀਂ ਮਿਟਦਾ। ਨਹਿ ਜਾਏ ਸਹਿਸਾ ਕਿਤੈ ਸੰਜਮ, ਰਹੇ ਕਰਮ ਕਮਾਏ। ਬੜੇ ਕਰਮ ਕੀਤੇ, ਬੜੇ ਤੀਰਥਾਂ ਤੇ ਨਹਾ ਕੇ ਵੇਖ ਲਿਆ, ਬੜੇ ਨੰਗੇ ਪੈਰੀ ਫਿਰ ਕੇ ਵੇਖ ਲਿਆ, ਪਰ ਕਿਤੇ ਇਹ ਸਹਿਸਾ ਜਿਹੜਾ ਅੰਦਰੋਂ ਸ਼ੱਕ ਜਿਹੜਾ ਹੈ, ਸ਼ੰਕਾ ਜਿਹੜੀ ਹੈ, ਭਰਮ ਨੇ, ਉਹ ਮਿਟਦੇ ਨਹੀਂ ਹਨ। ਸਹਿਸੈ ਜਿਉ ਮਲੀਨ ਹੈ, ਕਿਤ ਸੰਜਮ ਧੋਤਾ ਜਾਏ। ਇਹ ਉਹ ਪੰਕਤੀ ਹੈ ਜੋ ਪਹਿਲਾਂ ਸਤਿਗੁਰੂ ਜੀ ਨੇ ਪਿਛਲੀ ਪੌੜੀ ਦੇ ਵਿੱਚ ਵੀ ਜ਼ਿਕਰ ਕੀਤਾ। ਸਤਿਗੁਰੂ ਜੀ ਕਹਿੰਦੇ ਜਿਹੜੇ ਸਹਿਸੇ ਨੇ, ਸ਼ੱਕ ਨੇ, ਇਹ ਜੀਵਨ ਨੂੰ ਮਲੀਨ ਕਰਦੇ ਨੇ, ਦੂਰੀਆਂ ਪੈਦਾ ਕਰਦੇ ਨੇ। ਮੈਲ ਦੇ ਨਾਲ ਦੂਰੀ ਆਉਂਦੀ ਹੈ, ਭਾਵੇਂ ਮਨ ਦੇ ਵਿੱਚ ਮੈਲ ਹੋਵੇ, ਭਾਵੇਂ ਵਸਤਰਾਂ ਦੇ ਉੱਤੇ ਮੈਲ ਹੋਵੇ, ਭਾਵੇਂ ਤਨ ਦੇ ਉੱਤੇ ਮੈਲ ਹੋਵੇ, ਉਹਦੇ ਨਾਲ ਦੂਰੀ ਹੁੰਦੀ ਹੈ। ਮੈਲਾ ਕੱਪੜਾ ਕੋਈ ਆਪਣੇ ਗਲ 'ਚ ਨਹੀਂ ਪਾਉਂਦਾ, ਕਹਿੰਦਾ ਲਾਹ ਕੇ ਪਰਾਂ ਕਰ ਦਿੰਦਾ, ਇਹਨੂੰ ਮੈਲ ਹੋ ਗਈ, ਉਹਨੂੰ ਦੂਰ ਕਰ ਦਿੰਦਾ। ਇਸੇ ਤਰ੍ਹਾਂ ਜੇ ਰਿਸ਼ਤਿਆਂ ਦੇ ਵਿੱਚ ਮੈਲ ਆ ਜਾਏ, ਰਿਸ਼ਤੇ ਦੂਰ ਹੋ ਜਾਂਦੇ ਨੇ। ਔਰ ਜੇ ਮਨ ਦੇ ਵਿੱਚ ਮੈਲ ਆ ਜਾਏ, ਪਰਮਾਤਮਾ ਤੋਂ ਵੀ ਮਨੁੱਖ ਦੂਰ ਹੋ ਜਾਂਦਾ ਹੈ। ਮਨ ਮੈਲਾ ਹੋ ਜਾਂਦਾ ਸ਼ੱਕ ਦੇ ਨਾਲ, ਸਹਿਸਿਆਂ ਦੇ ਨਾਲ, ਭਰਮਾਂ ਦੇ ਨਾਲ। ਸਤਿਗੁਰੂ ਜੀ ਕਹਿੰਦੇ ਸਹਿਸਾ ਜੀਓ ਮਲੀਨ ਹੈ। ਇਹ ਸੰਸਿਆਂ ਨਾਲ ਤੇ ਭਰ ਗਿਆ, ਸ਼ੱਕ ਨਾਲ ਤੇ ਭਰ ਗਿਆ, ਫਿਰ ਇਹਨੂੰ ਸਾਫ਼ ਕਿਵੇਂ ਕੀਤਾ ਜਾ ਸਕਦਾ ਹੈ? ਇਹ ਮੈਲ ਜਾਂਦੀ ਕਿਵੇਂ ਹੈ? ਕਿਤ ਸੰਜਮ ਧੋਤਾ ਜਾਏ। ਤੁਸੀਂ ਕਹਿੰਦੇ ਹੋ ਕਿ ਨੰਗੇ ਰਹਿਣ ਨਾਲ ਵੀ ਧੋਤਾ ਨਹੀਂ ਜਾ ਸਕਦਾ, ਨੰਗੇ ਪੈਰੀ ਫਿਰਨ ਨਾਲ ਵੀ ਧੋਤਾ ਨਹੀਂ ਜਾਂਦਾ, ਇਹਨਾਂ ਸੰਜਮਾਂ ਨਾਲ ਤੇ ਸਾਫ਼ ਨਹੀਂ ਹੁੰਦਾ। ਫਿਰ ਉਹ ਕਿਹੜਾ ਸੰਜਮ ਹੈ ਜਿਹਦੇ ਨਾਲ ਇਹ ਧੋਤਾ ਜਾਣਾ? ਕਿਤ ਸੰਜਮ ਧੋਤਾ ਜਾਏ। ਕਿਹੜਾ ਤਰੀਕਾ ਹੈ, ਕਿਹੜੀ ਵਿਧੀ ਹੈ? ਸਤਿਗੁਰੂ ਜੀ ਪਾਵਨ ਬਾਣੀ ਵਿੱਚ ਬਚਨ ਕਰਦੇ ਹਨ। ਮਨ ਧੋਵਹੁ ਸ਼ਬਦ ਲਾਗਹੁ, ਹਰਿ ਰਹੋ ਚਿਤ ਲਾਏ। ਸਤਿਗੁਰੂ ਜੀ ਕਹਿੰਦੇ ਮਨ ਧੋਵੋ। ਜੇ ਆਪਣੇ ਅੰਦਰੋਂ ਬਾਹਰੋਂ ਤੀਰਥਾਂ ਤੇ ਨਹਾਣ ਦੇ ਨਾਲ ਮਨ ਦੀ ਮੈਲ ਤੇ ਉਤਰਨੀ ਨਹੀਂ। ਜਦੋਂ ਮਨ ਮੈਲਾ ਹੋ ਜਾਏ, ਮਨ ਮਲੀਨ ਹੋ ਜਾਏ, ਸਤਿਗੁਰੂ ਜੀ ਨੇ ਪਾਵਨ ਬਾਣੀ ਦੇ ਵਿੱਚ ਬਚਨ ਕੀਤਾ ਹੈ। ਗੁਰਦੇਵ ਪਿਤਾ ਕਹਿ ਰਹੇ ਨੇ ਮਨ ਧੋਵੋ। ਮਨ ਨੂੰ ਮੈਲ ਲੱਗੀ ਪਈ ਹੈ, ਬਹੁਤ ਜ਼ਿਆਦਾ ਕਾਲਾ ਹੋਇਆ ਪਿਆ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆ। ਇੰਨੀ ਵਿਕਾਰਾਂ ਦੀ, ਪਾਪਾਂ ਦੀ ਮੈਲ ਲੱਗੀ ਹੈ। ਕਿਵੇਂ ਧੋਤਾ ਜਾਏ ਮਨ? ਸਤਿਗੁਰੂ ਜੀ ਤਰੀਕਾ ਦੱਸਦੇ ਨੇ। ਪਾਤਸ਼ਾਹ ਕਹਿੰਦੇ ਮਨ ਧੋਵੋ ਸ਼ਬਦ ਲਾਗੋ। ਸ਼ਬਦ ਦੇ ਨਾਲ ਜੁੜਿਆ, ਅਭਿਆਸ ਦੇ ਨਾਲ ਇਹ ਫਿਰ ਜਿਹੜੀ ਮੈਲ ਉਤਰਦੀ ਹੈ। ਸਤਿਗੁਰੂ ਜੀ ਨੇ ਪਾਵਨ ਬਾਣੀ ਦੇ ਵਿੱਚ ਬਚਨ ਕੀਤਾ ਮਨ ਧੋਵੋ ਸ਼ਬਦ ਲਾਗੋ। ਪਾਣੀ ਦੇ ਨਾਲ ਨਹੀਂ ਧੋਤਾ ਜਾਂਦਾ, ਇਹ ਅਭਿਆਸ ਦੇ ਨਾਲ, ਇਹ ਸਹਿਜ ਫਿਰ ਆਉਂਦਾ। ਕਿਉਂਕਿ ਕੋਈ ਵੀ ਚੀਜ਼ ਜਿਹੜੀ ਹੈ ਸਹਿਜ ਦੇ ਵਿੱਚ ਰਹੇ ਨਾ, ਸਹਿਜ ਦੇ ਵਿੱਚ ਅੱਗ ਰਹਿੰਦੀ ਹੈ, ਘਰ ਦੇ ਵਿੱਚ ਸਹਿਜ ਦੇ ਵਿੱਚ ਅੱਗ ਰਹਿੰਦੀ ਹੈ, ਤਾਂ ਉਹ ਸਾਨੂੰ ਭੋਜਨ ਦਿੰਦੀ ਹੈ ਤਿਆਰ ਕਰਕੇ। ਸਹਿਜ ਦੇ ਵਿੱਚ ਪਾਣੀ ਰਹਿੰਦਾ, ਸਾਡੀ ਪਿਆਸ ਬੁਝਾਉਂਦਾ ਹੈ। ਸਹਿਜ ਦੇ ਵਿੱਚ ਹਵਾ ਚੱਲਦੀ ਹੈ, ਗਰਮੀ ਦੂਰ ਹੁੰਦੀ ਹੈ ਸਾਡੇ ਤਨ ਦੇ ਤੋਂ। ਹੁਣ ਇਹੀ ਚੀਜ਼ਾਂ ਸਹਿਜ ਨੂੰ ਛੱਡ ਦੇਣ, ਕਿਤੇ ਅੱਗ ਸਹਿਜ ਤੋਂ ਬਾਹਰ ਹੋ ਜਾਏ, ਸੰਜਮ ਤੋਂ ਬਾਹਰ ਹੋ ਜਾਏ। ਸਤਿਗੁਰੂ ਜੀ ਨੇ ਸੰਜਮ ਦੇ ਵਿੱਚ ਰੱਖਣ ਵਾਸਤੇ ਉਪਦੇਸ਼ ਦਿੱਤਾ ਹੈ। ਜੇ ਸੰਜਮ ਤੋਂ ਬਾਹਰ ਹੋ ਜਾਏ ਉਹ ਵੀ ਮਾੜੀ, ਜੇ ਸੰਜਮ ਦੇ ਅੰਦਰ ਜੇ ਬਿਲਕੁਲ ਹੀ ਉਹਨੂੰ ਬੰਦ ਕਰ ਦਈਏ ਫਿਰ ਵੀ ਉਹ ਕੁਝ ਨਹੀਂ ਸਵਾਰਦੀ। ਇਸ ਲਈ ਸਤਿਗੁਰੂ ਜੀ ਕਹਿੰਦੇ ਉਹਨੂੰ ਸੰਜਮ ਦੇ ਵਿੱਚ ਰੱਖੋ। ਅੱਗ ਸੰਜਮ ਦੇ ਵਿੱਚ ਰਵੇ, ਸਾਡੀ ਭੁੱਖ ਮਿਟਾਉਂਦੀ ਹੈ, ਭੋਜਨ ਦਿੰਦੀ ਹੈ। ਔਰ ਅੱਗ ਸਹਿਜ ਤੋਂ ਬਾਹਰ ਹੋ ਜਾਵੇ, ਸੰਜਮ ਤੋਂ ਬਾਹਰ ਚਲੀ ਜਾਏ, ਲੋਕਾਂ ਦੇ ਘਰ ਜਲਾ ਦਿੰਦੀ ਹੈ। ਕਿਤੇ ਅੱਗ ਬਾਹਰ ਹੋ ਜਾਏ ਨਾ ਸੰਜਮ ਤੋਂ, ਘਰ ਵਾਰ ਜਲਾ ਕੇ ਤਬਾਹ ਕਰ ਦਿੰਦੀ ਹੈ, ਰਾਖ ਕਰ ਦਿੰਦੀ ਹੈ। ਪਾਣੀ ਸਹਿਜ ਵਿੱਚ ਚੱਲੇ, ਪਿਆਸ ਬੁਝਾਉਂਦਾ ਹੈ। ਕਿਤੇ ਸਹਿਜ ਤੋਂ ਬਾਹਰ ਹੋ ਜਾਏ, ਦੁਨੀਆ ਦੇ ਲੋਕਾਂ ਦੇ ਪਿੰਡਾਂ ਦੇ ਪਿੰਡ ਡੁਬੋ ਦਿੰਦਾ ਹੈ। ਹਵਾ ਸਹਿਜ ਵਿੱਚ ਚੱਲੇ, ਆਨੰਦ ਦਿੰਦੀ ਹੈ। ਕਿਤੇ ਹਨੇਰੀ ਬਹੁਤ ਜ਼ੋਰ ਦੀ ਆ ਜਾਏ, ਸਹਿਜ ਤੋਂ ਬਾਹਰ ਹੋ ਜਾਏ, ਉਦੋਂ ਆਪਾਂ ਦੇਖਦੇ ਹਾਂ ਕਿੰਨੀ ਦੁਖਦਾਈ ਹੁੰਦੀ ਹੈ। ਇਸੇ ਤਰ੍ਹਾਂ ਹੀ ਮਨੁੱਖ ਦਾ ਜੀਵਨ ਹੈ। ਸਤਿਗੁਰੂ ਜੀ ਕਹਿੰਦੇ ਉਹ ਵੀ ਸਹਿਜ ਦੇ ਵਿੱਚ ਰਹੇ,
ਸਹਿਜ ਤੋਂ ਬਾਹਰ ਨਹੀਂ। ਪਰ ਉਹ ਸਹਿਜ ਦੇ ਵਿੱਚ ਕਿਵੇਂ ਰਹੇਗਾ? ਸਤਿਗੁਰੂ ਜੀ ਨੇ ਪਾਵਨ ਬਾਣੀ ਦੇ ਵਿੱਚ ਬਚਨ ਕੀਤਾ, ਮਨ ਧੋਵੋ ਸ਼ਬਦ ਲਾਗੋ ਹਰਿ ਸਿਉ ਰਹੋ ਚਿਤ ਲਾਏ। ਇਹ ਅਵਸਥਾ ਫਿਰ ਪ੍ਰਾਪਤ ਹੋਣੀ ਹੈ ਜਦੋਂ ਅਸੀਂ ਆਪਣਾ ਚਿੱਤ ਹਰੀ ਦੇ ਨਾਲ ਲਾਵਾਂਗੇ, ਪਰਮਾਤਮਾ ਦੇ ਨਾਲ ਚਿੱਤ ਨੂੰ ਜੋੜਾਂਗੇ। ਵਾਹਿਗੁਰੂ ਦੇ ਨਾਲ ਜਿਨ੍ਹਾਂ ਨੇ ਚਿੱਤ ਨੂੰ ਜੋੜਿਆ ਉਹ ਸੰਜਮ ਦੇ ਵਿੱਚ ਆ ਗਏ, ਉਹਨਾਂ ਦਾ ਜੀਵਨ ਸੰਜਮ ਦੇ ਵਿੱਚ ਹੋ ਗਿਆ। ਮਨ ਧੋਵੋ, ਆਪਣੇ ਮਨ ਨੂੰ ਧੋਣਾ ਕਾਹਦੇ ਨਾਲ? ਪਾਣੀ ਨਾਲ ਤੇ ਮਨ ਧੋਂਦਾ ਨਹੀਂ, ਪਾਣੀ ਦੀ ਪਹੁੰਚ ਤੇ ਮਨ ਤੱਕ ਹੁੰਦੀ ਨਹੀਂ। ਫਿਰ ਉਹਨੂੰ ਧੋਤਾ ਕਾਹਦੇ ਨਾਲ ਜਾਣਾ? ਗੁਰੂ ਦੇ ਸ਼ਬਦ ਦੇ ਨਾਲ, ਗੁਰੂ ਦੇ ਸ਼ਬਦ ਦੇ ਅਭਿਆਸ ਦੇ ਨਾਲ। ਸ਼ਬਦ ਦਾ ਅਭਿਆਸ ਕਰਾਂਗੇ, ਜਦੋਂ ਉਹਦਾ ਨਾਮ ਜਪਾਂਗੇ, ਬਾਣੀ ਪੜਾਂਗੇ, ਫਿਰ ਸਾਧ ਸੰਗਤ ਜੀ ਕਈ ਅਸੀਂ ਇਹ ਕਰਮ ਵੀ ਕਰਦਿਆਂ ਨਾਲ ਕਰਮ ਵੀ ਕਰੀ ਜਾਈਏ, ਸਹਿਜ ਆ ਜਾਏ। ਹੁਣ ਆਪਾਂ ਕਈ ਵਾਰ ਜਦੋਂ ਗੱਡੀ ਸਿੱਖਦੇ ਹਾਂ, ਗੱਡੀ ਚਲਾਉਣੀ ਸਿੱਖਦੇ ਹਾਂ, ਉਦੋਂ ਕਿੰਨਾ ਕੁਝ ਭੁੱਲ ਜਾਂਦੇ ਹਾਂ ਕਿਉਂਕਿ ਸਹਿਜ ਨਹੀਂ ਨਾ ਹੁੰਦਾ ਅੰਦਰ। ਕਈ ਵਾਰ ਇੰਡੀਕੇਟਰ ਚੱਲਦਾ ਹੀ ਰਹਿ ਜਾਂਦਾ, ਕਈ ਵਾਰ ਚਲਾਉਣਾ ਹੀ ਭੁੱਲ ਜਾਂਦੇ ਹਾਂ, ਕਈ ਵਾਰ ਬ੍ਰੇਕਾਂ ਦੀ ਜਗ੍ਹਾ ਤੇ ਰੇਸ ਹੀ ਦੱਬੀ ਜਾਂਦੇ ਹਾਂ ਜਦੋਂ ਸਿੱਖਦੇ ਹਾਂ। ਪਰ ਜਦੋਂ ਉਹੀ ਗੱਡੀ ਸਿੱਖ ਜਾਈਏ, ਉਹਦਾ ਅਭਿਆਸ ਹੋ ਜਾਏ, ਜਦੋਂ ਅਭਿਆਸ ਹੋ ਜਾਏ ਫਿਰ ਸਹਿਜ ਆ ਜਾਂਦਾ, ਫਿਰ ਗੱਲਾਂ ਵੀ ਕਰੀ ਜਾਂਦਾ, ਤਾਂ ਵੀ ਸਾਰਾ ਕੁਝ ਜਿੱਥੇ ਮਰਜ਼ੀ ਰੋਕਣੀਆਂ, ਹੰਪ ਆ ਗਿਆ, ਜੋ ਕੁਝ ਵੀ ਹੋ ਗਿਆ, ਬ੍ਰੇਕਾਂ ਵੀ ਲਾਉਂਦਾ ਹੈ, ਬੱਤੀਆਂ ਆ ਗਈਆਂ, ਗੱਲਾਂ ਬਾਤਾਂ ਕਰਦੇ ਹਾਂ, ਮਿਊਜ਼ਿਕ ਸੁਣਦੇ ਹਾਂ, ਸ਼ਬਦ ਸੁਣਦੇ ਹਾਂ, ਕੀਰਤਨ ਸੁਣਦੇ ਹਾਂ, ਧਿਆਨ ਜਿਹੜਾ ਉਧਰ ਹੀ ਜੁੜਿਆ ਰਹਿੰਦਾ। ਸਾਰੇ ਕਰਮ ਕਰਦਾ ਮਨੁੱਖ। ਇਸੇ ਤਰ੍ਹਾਂ ਹੀ ਜਦੋਂ ਅਭਿਆਸ ਹੋ ਜਾਏ, ਸ਼ਬਦ ਦਾ ਅਭਿਆਸ, ਬਾਣੀ ਦਾ ਅਭਿਆਸ, ਸਿਮਰਨ ਦਾ ਅਭਿਆਸ, ਉਦੋਂ ਸਾਰੇ ਕਰਮ ਵੀ ਕਰੀ ਜਾਂਦਾ ਔਰ ਕਰਮ ਕਰਦਿਆਂ ਚਿੱਤ ਪਰਮਾਤਮਾ ਦੇ ਨਾਲ ਜੁੜਿਆ ਰਹਿੰਦਾ ਹੈ। ਭਗਤ ਨਾਮਦੇਵ ਜੀ ਵਾਂਗੂ ਤਰਲੋਚਨ ਮਿਲਣ ਆਇਆ ਭਗਤ ਨਾਮਦੇਵ ਨੂੰ, ਔਰ ਉਸ ਟਾਈਮ ਭਗਤ ਨਾਮਦੇਵ ਜੀ ਕੱਪੜੇ ਧੋ ਰਹੇ ਨੇ, ਕੰਮ ਕਰ ਰਹੇ ਸੀ। ਤਰਲੋਚਨ ਮਿੱਤਰ ਹੈ ਭਗਤ ਨਾਮਦੇਵ ਦਾ, ਦੋਸਤ ਹੈ, ਇਸ ਲਈ ਮਜ਼ਾਕ ਦੇ ਵਿੱਚ ਸਿੱਧੇ ਸਪਸ਼ਟ ਸ਼ਬਦ ਬੋਲਦੇ ਨੇ। ਆਉਣ ਸਾਰ ਤਰਲੋਚਨ ਨੇ ਆ ਕੇ ਭਗਤ ਨਾਮਦੇਵ ਨੂੰ ਕਿਹਾ, ਕਹਿੰਦਾ ਕਾਹੇ ਛੀਪੋ ਸ਼ਾਇ ਲੈ ਰਾਮ ਨਾ ਲਾਵੋ ਚੀਤ। ਕਹਿਣ ਲੱਗਾ ਮੈਂ ਜਦੋਂ ਵੀ ਆਉਂਦਾ ਨਾਮਦੇਵ ਨੂੰ ਤਰਲੋਚਨ ਕਹਿੰਦਾ ਨਾਮਾ ਕਹੈ ਤਰਲੋਚਨਾ। ਤਰਲੋਚਨ ਨੇ ਨਾਮਦੇਵ ਨੂੰ ਆ ਕੇ ਕਿਹਾ, ਕਹਿੰਦਾ ਤੂੰ ਜਦੋਂ ਵੀ ਦੇਖੋ ਕੰਮ ਕਰਦਾ ਰਹਿਣਾ, ਕਦੇ ਰਾਮ ਦੇ ਨਾਲ ਚਿੱਤ ਵੀ ਜੋੜ ਲਿਆ ਕਰ, ਪਰਮਾਤਮਾ ਦਾ ਨਾਮ ਵੀ ਜਪ ਲਿਆ ਕਰ, ਸਾਰਾ ਦਿਨ ਕੱਪੜੇ ਧੋਂਦਾ ਰਹਿਣਾ। ਨਾਮਦੇਵ ਨੇ ਕਿਹਾ ਨਾਮਾ ਕਹੈ ਤਰਲੋਚਨਾ ਮੁਖ ਤੇ ਰਾਮ ਸੰਭਾਲ। ਮੈਂ ਪਰਮਾਤਮਾ ਦਾ ਨਾਮ ਮੁਖ ਨਾਲ ਜਪਦਾ, ਹੱਥਾਂ ਪੈਰਾਂ ਦੇ ਨਾਲ ਕੰਮ ਕਰਦਾ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਚਿੱਤ ਮੇਰਾ ਨਿਰੰਜਨ ਦੇ ਚਰਨਾਂ ਵਿੱਚ ਜੁੜਿਆ ਹੋਇਆ ਹੈ। ਕਰਮ ਵੀ ਕਰਦਾ ਮਨੁੱਖ। ਸਤਿਗੁਰਾਂ ਨੇ ਸਾਨੂੰ ਕਰਮ ਕਰਨ ਤੋਂ ਰੋਕਿਆ ਨਹੀਂ। ਸਤਿਗੁਰੂ ਕਹਿੰਦੇ ਤੇਰੇ ਕਰਮਾਂ ਦੇ ਵਿੱਚ ਪਿਆਰ ਪੈਦਾ ਹੋਵੇ। ਪਾਤਸ਼ਾਹ ਕਹਿੰਦੇ ਮਨ ਨੂੰ ਧੋਣਾ ਕਿਵੇਂ ਹੈ? ਸ਼ਬਦ ਨਾਲ। ਮਨ ਦੇ ਤੱਕ ਪਾਣੀ ਦੀ ਪਹੁੰਚ ਨਹੀਂ, ਸਰੀਰ ਦੇ ਉੱਤੇ ਧੂੜ ਮਿੱਟੀ ਜਪ ਜਾਏ, ਉਹਨੂੰ ਧੋਤਾ ਜਾ ਸਕਦਾ ਪਾਣੀ ਨਾਲ। ਮਲ ਮੂਤਰ ਦੇ ਨਾਲ ਕੱਪੜੇ ਗੰਦੇ ਹੋ ਜਾਣ, ਮਲੀਨ ਹੋ ਜਾਣ, ਉਹਨੂੰ ਧੋਤਾ ਜਾ ਸਕਦਾ ਪਾਣੀ ਤੇ ਸਾਬਣ ਦੁਨਾ ਦੇ ਨਾਲ। ਸਤਿਗੁਰੂ ਜੀ ਦੀ ਬਾਣੀ ਆਪਾਂ ਪੜ੍ਹਦੇ ਹਾਂ, ਭਰੀ ਹੈ ਹੱਥ ਪੈਰ ਤਨ ਦੇਹ ਪਾਣੀ ਧੋਤਾ ਉੱਤਰ ਸੁਖੇ। ਉਹ ਜਿਹੜੀ ਖੇ ਹੈ ਪਾਣੀ ਨਾਲ ਧੋਣ ਨਾਲ ਉਤਰ ਜਾਂਦੀ ਹੈ, ਪਰ ਭਰੀ ਹੈ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ। ਉਹ ਗੁਰੂ ਦੇ ਸ਼ਬਦ ਦੇ ਨਾਲ, ਉਹ ਨਾਮ ਦੇ ਨਾਲ, ਉਹ ਵਾਹਿਗੁਰੂ ਸ਼ਬਦ ਦੇ ਅਭਿਆਸ ਦੇ ਨਾਲ ਮੈਲ ਉਤਰਦੀ ਹੈ। ਪਾਤਸ਼ਾਹ ਕਹਿੰਦੇ ਮਨ ਨੂੰ ਧੋਵੋ। ਕਿਵੇਂ ਧੋਣਾ? ਸ਼ਬਦ ਲਾਗੋ, ਸ਼ਬਦ ਦੇ ਨਾਲ ਜੁੜ ਕੇ, ਵਾਹਿਗੁਰੂ ਸ਼ਬਦ ਦੇ ਨਾਲ, ਉਹਦੇ ਸਿਮਰਨ ਦੇ ਨਾਲ ਮਨ ਧੋਤਾ ਜਾਣਾ ਹੈ। ਔਰ ਹਰਿ ਸਿਉ ਰਹੋ ਚਿੱਤ ਲਾਏ। ਆਪਣਾ ਚਿੱਤ ਹਰੀ ਦੇ ਨਾਲ ਜੋੜਨਾ। ਕਰਮ ਵੀ ਕਰਨੇ ਨੇ, ਇਹ ਨਹੀਂ ਕਿ ਕਰਮ ਕਰਨੇ ਨਹੀਂ, ਕਰਮਾਂ ਦੇ ਨਾਲ ਸਹਿਜ ਪ੍ਰਾਪਤੀ ਨਹੀਂ ਹੋਣੀ, ਕੰਮ ਕਰਨ ਦੇ ਨਾਲ ਸਹਿਜਤਾ ਨਹੀਂ ਮਿਲਦੀ। ਪਾਤਸ਼ਾਹ ਕਹਿੰਦੇ ਉਹ ਸਹਿਜਤਾ ਮਿਲਣੀ ਹੈ, ਚਿੱਤ ਉਹਦੇ ਨਾਲ ਜੋੜਨਾ ਹੈ। ਪਾਤਸ਼ਾਹ ਕਹਿੰਦੇ ਮਨ ਨੂੰ ਧੋਣਾ ਹੈ ਸ਼ਬਦ ਨਾਲ, ਸ਼ਬਦ ਵਿੱਚ ਜੁੜ ਕੇ ਅਭਿਆਸ ਦੇ ਨਾਲ ਫਿਰ ਸਹਿਜ ਅਵਸਥਾ ਪ੍ਰਾਪਤ ਹੁੰਦੀ ਹੈ। ਸਤਿਗੁਰੂ ਜੀ ਕਹਿੰਦੇ ਹਰਿ ਸਿਉ ਰਹੋ ਚਿੱਤ ਲਾਏ। ਆਪਣਾ ਚਿੱਤ ਹਰੀ ਦੇ ਨਾਲ, ਵਾਹਿਗੁਰੂ ਦੇ ਚਰਨਾਂ ਦੇ ਨਾਲ ਜੋੜਨਾ ਕਰੋ। ਸਾਦੇ ਸਹਿਜ ਉਪਜੈ ਹੋ ਸਹਸਾ ਇਵ ਜਾਏ। ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਕਹਿ ਨਾਨਕ ਗੁਰ ਪ੍ਰਸਾਦੀ। ਪ੍ਰਸਾਦੀ ਦਾ ਅਰਥ ਹੈ ਕਿਰਪਾ, ਗੁਰੂ ਦੀ ਕਿਰਪਾ ਦੇ ਨਾਲ। ਪਾਤਸ਼ਾਹ ਕਹਿੰਦੇ ਸਹਿਜਤਾ ਕਿਵੇਂ ਮਿਲਣੀ ਹੈ, ਜੀਵਨ ਵਿੱਚ ਸਹਿਜ ਅਵਸਥਾ ਕਿਵੇਂ ਆਉਣੀ ਹੈ?
ਭਟਕਣਾ ਕਿਵੇਂ ਖਤਮ ਹੋਣੀ ਹੈ। ਪਾਤਸ਼ਾਹ ਜੀ ਨੇ ਬਚਨ ਕੀਤਾ ਗੁਰੂ ਦੀ ਕਿਰਪਾ ਨਾਲ, ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ। ਇਹ ਸਹਿਜਤਾ, ਇਹ ਸਹਿਜ ਅਵਸਥਾ, ਇਹ ਆਤਮਿਕ ਗਿਆਨ ਕਦੋਂ ਪ੍ਰਾਪਤ ਹੋਣਾ ਹੈ? ਜਦੋਂ ਗੁਰੂ ਦੀ ਕਿਰਪਾ ਹੋ ਗਈ। ਨੰਗੇ ਫਿਰਨ ਨਾਲ ਨਹੀਂ ਮਿਲਣਾ, ਭੁੱਖੇ ਰਹਿਣ ਦੇ ਨਾਲ ਇਹ ਆਤਮਿਕ ਗਿਆਨ ਦੀ ਪ੍ਰਾਪਤੀ ਨਹੀਂ ਹੋਣੀ, ਪੁੱਠੇ ਲਟਕਣ ਦੇ ਨਾਲ ਇਹ ਆਤਮਿਕ ਗਿਆਨ ਦੀ ਪ੍ਰਾਪਤੀ ਨਹੀਂ ਹੋਣੀ। ਜੇ ਹੋ ਜਾਂਦੀ ਤਾਂ ਚਮ ਗਿੱਦੜਾਂ ਨੂੰ ਹੋ ਜਾਣਾ ਸੀ ਗਿਆਨ, ਨਹੀਂ ਹੋਇਆ, ਵਿਚਾਰੇ ਭਟਕਦੇ ਫਿਰਦੇ ਨੇ। ਜੇ ਭੋਰਿਆਂ ਦੇ ਵਿੱਚ, ਮੱਠਾਂ ਦੇ ਵਿੱਚ ਬੈਠ ਕੇ ਇਹ ਆਤਮਿਕ ਗਿਆਨ ਦੀ ਪ੍ਰਾਪਤੀ ਹੁੰਦੀ ਤਾਂ ਉੱਲੂਆਂ ਨੂੰ ਹੋ ਜਾਣੀ ਸੀ। ਵਿਚਾਰੇ ਹਨੇਰੇ ਵਿੱਚ ਹੀ ਰਹਿੰਦੇ ਨੇ, ਚਾਨਣਾ ਪਸੰਦ ਹੀ ਨਹੀਂ ਉਹਨਾਂ ਨੂੰ, ਨਹੀਂ ਹੋਈ ਉਹਨਾਂ ਨੂੰ। ਜੇ ਤਨ ਦੇ ਉੱਤੇ ਸਵਾਹ ਮਲਣ ਦੇ ਨਾਲ, ਰਾਖ ਮਲਣ ਦੇ ਨਾਲ ਆਤਮਿਕ ਗਿਆਨ ਦੀ ਪ੍ਰਾਪਤੀ ਹੁੰਦੀ ਤਾਂ ਗਧਿਆਂ ਨੂੰ ਹੋ ਜਾਣੀ ਸੀ। ਉਹ ਆਪਣੇ ਤਨ ਦੇ ਉੱਤੇ ਖਾਕ ਪਾਉਂਦੇ ਨੇ, ਹਾਥੀ ਨੂੰ ਜਿੰਨਾ ਮਰਜ਼ੀ ਨਭਾਓ ਆਪਣੇ ਤਨ ਦੇ ਉੱਤੇ ਖਾਕ ਪਾ ਲੈਂਦਾ ਹੈ, ਉਹਨਾਂ ਨੂੰ ਮਿਲ ਜਾਣਾ ਸੀ, ਰੱਬ ਨਹੀਂ ਮਿਲਿਆ। ਸਤਿਗੁਰੂ ਜੀ ਕਹਿੰਦੇ ਕਰਮਾਂ ਕਾਂਡਾਂ ਨਾਲ ਨਹੀਂ ਮਿਲਣਾ। ਕਿਵੇਂ ਹੈ? ਸਹਿਜ ਅਵਸਥਾ ਕਿਵੇਂ ਆਉਣੀ ਹੈ? ਉਹ ਗੁਰੂ ਦੀ ਕਿਰਪਾ ਨਾਲ ਆਉਣੀ ਹੈ। ਜਿੱਦੇ ਤੂੰ ਗੁਰੂ ਨਾਲ ਜੁੜੇਗਾ, ਗੁਰੂ ਤੈਨੂੰ ਸਹਿਜ ਅਵਸਥਾ ਪ੍ਰਾਪਤ ਕਰਨ ਦੀ ਵਿਧੀ ਦੱਸਦੇ ਨੇ। ਪਾਤਸ਼ਾਹ ਕਹਿੰਦੇ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ। ਔਰ ਫਿਰ ਹੋਰ ਕੀ ਬਖਸ਼ਿਸ਼ ਹੁੰਦੀ ਹੈ? ਇਹ ਜਿਹੜਾ ਸ਼ੰਕਾ ਹੈ, ਮਨ ਵਿੱਚ ਸ਼ੱਕ ਅਸੀਂ ਭਰੇ ਹੋਏ ਨੇ, ਭਰਮ ਪਾਲੇ ਹੋਏ ਨੇ, ਇਹ ਵੀ ਖਤਮ ਹੋ ਜਾਣੇ ਨੇ। ਸਤਿਗੁਰੂ ਜੀ ਕਹਿੰਦੇ ਇਹੋ ਸਹਿਜਤਾ ਇਹ ਵਜਾਏ। ਜਦੋਂ ਗੁਰੂ ਦੀ ਕਿਰਪਾ ਹੋ ਗਈ, ਜਦੋਂ ਅਸੀਂ ਸ਼ਬਦ ਦਾ ਅਭਿਆਸ ਕਰਾਂਗੇ, ਗੁਰੂ ਦੀ ਕਿਰਪਾ ਸ਼ਬਦ ਦੇ ਅਭਿਆਸ ਨਾਲ ਹੋਣੀ ਹੈ, ਉਹਦੇ ਸਿਮਰਨ ਨਾਲ। ਜਦੋਂ ਉਹਦਾ ਸਿਮਰਨ ਕਰਾਂਗੇ, ਅਭਿਆਸ ਕਰਾਂਗੇ, ਸਤਿਗੁਰੂ ਜੀ ਕਹਿੰਦੇ ਫਿਰ ਗੁਰੂ ਦੀ ਕਿਰਪਾ ਹੁੰਦੀ ਹੈ। ਔਰ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ। ਫਿਰ ਸਹਿਜ ਅਵਸਥਾ ਆਤਮਿਕ ਗਿਆਨ ਦੀ ਪ੍ਰਾਪਤੀ ਹੋਣੀ ਹੈ। ਔਰ ਉਹ ਆਤਮਿਕ ਗਿਆਨ ਜਦੋਂ ਪ੍ਰਾਪਤ ਹੋ ਜਾਏ, ਉਦੋਂ ਫਿਰ ਅੰਦਰੋਂ ਭਰਮਾਂ ਦਾ ਹਨੇਰਾ ਖਤਮ ਹੋ ਜਾਂਦਾ ਹੈ। ਗੁਰੂ ਭਰਮ ਚੁੱਕ ਦਿੰਦਾ ਅੰਦਰੋਂ। ਗੁਰੂ ਸਭ ਤੋਂ ਪਹਿਲਾ ਕਰਮ ਹੀ ਇਹ ਕਰਦਾ ਕਿ ਅੰਦਰੋਂ ਭਰਮ ਖਤਮ ਕਰਦਾ। ਗੁਰੂ ਸਾਡੇ ਅੰਦਰੋਂ ਜਿੰਨੇ ਭਰਮ ਭੁਲੇਖੇ ਨੇ ਉਹ ਸਾਰੇ ਦੂਰ ਕਰਦਾ। ਜਿੰਨੇ ਭਰਮ ਅਸੀਂ ਪਾਲੇ ਹੁੰਦੇ ਨੇ ਉਹ ਸਾਰੇ ਭਰਮ ਗੁਰੂ ਨੇ ਮਿਟਾ ਦਿੱਤੇ। ਆਪਾਂ ਰੋਜ਼ ਵਿਚਾਰ ਕਰਦੇ ਹਾਂ ਦਸਵੇਂ ਪਾਤਸ਼ਾਹ ਨੇ ਕਿਵੇਂ ਭਰਮ ਦੂਰ ਕੀਤੇ ਨੇ ਸਾਡੇ ਜੀਵਨ 'ਚੋਂ। ਪਾਤਸ਼ਾਹ ਕਹਿੰਦੇ ਜਦੋਂ ਗੁਰੂ ਦੀ ਕਿਰਪਾ ਹੋ ਜਾਏ, ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ। ਇਹੋ ਸਹਿਜਤਾ ਇਵਜਾਏ। ਫਿਰ ਇਹ ਅੰਦਰੋਂ ਸਹਿਜਤਾ ਚਲਾ ਜਾਂਦਾ ਹੈ। ਫਿਰ ਆਤਮਿਕ ਆਨੰਦ ਦੀ ਪ੍ਰਾਪਤੀ ਹੁੰਦੀ ਹੈ, ਸਦੀਵੀ ਸੁਖ ਦੀ ਪ੍ਰਾਪਤੀ ਹੁੰਦੀ ਹੈ। ਅਬਨਾਸੀ ਸੁਖ ਜਿਹਨੂੰ ਆਪਾਂ ਕਹਿੰਦੇ ਆ, ਅਬਨਾਸੀ ਖੇਮ ਚਾਹ ਹੈ ਜੇ ਨਾਨਕ ਸਦਾ ਸਿਮਰ ਨਾਰਾਇਣ। ਉਹ ਨਾਰਾਇਣ ਦਾ, ਵਾਹਿਗੁਰੂ ਦਾ, ਰਾਮ ਦਾ ਸਿਮਰਨ ਕਰਨ ਦੇ ਨਾਲ ਪ੍ਰਾਪਤੀ ਹੋਣੀ ਹੈ। ਔਰ ਇਹ ਅਵਸਥਾ ਗੁਰੂ ਦੇ ਸ਼ਬਦ ਨਾਲ, ਗੁਰੂ ਦੀ ਕਿਰਪਾ ਨਾਲ ਪ੍ਰਾਪਤੀ ਹੋਣੀ ਹੈ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣਾ। ਅੱਜ 18 ਪੌੜੀਆਂ ਦੀ ਆਪਾਂ ਵਿਚਾਰ ਕਰ ਲਈ। 18 ਪੌੜੀਆਂ ਸਮਾਪਤ ਹੋ ਗਈਆਂ। ਸਤਿਗੁਰ ਕਿਰਪਾ ਕਰਨ ਰਹਿੰਦੇ ਜਿਹੜੇ ਦਿਨ ਨੇ ਇਹ ਵੀ ਨਿਰਵਿਘਨਤਾ ਸਹਿਤ ਸੰਪੂਰਨ ਹੋਣ। ਅਰਦਾਸ ਕਰੀਏ ਗੁਰੂ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਕਿ ਸਤਿਗੁਰ ਕਿਰਪਾ ਕਰਿਓ, ਸਿਰ ਤੇ ਮਿਹਰ ਭਰਿਆ ਹੱਥ ਰੱਖੋ। ਪਰ ਜਿਸ ਤਰ੍ਹਾਂ ਸਤਿਗੁਰੂ ਜੀ ਨੇ ਸਾਨੂੰ ਇਸ ਪੌੜੀ ਦੇ ਵਿੱਚ ਸਾਨੂੰ ਉਪਦੇਸ਼ ਬਖਸ਼ਿਆ, ਉਹ ਵੀ ਅਸੀਂ ਮਨ ਵਿੱਚ ਧਾਰਨ ਕਰਨਾ ਹੈ। ਗੁਰੂ ਨੇ ਕਿਹਾ ਤੇਰੇ ਅੰਦਰ ਪ੍ਰੇਮ ਪੈਦਾ ਹੋਵੇ, ਕਰਮ ਕਾਂਡ ਨਹੀਂ, ਨਾਲ ਪਿਆਰ ਪੈਦਾ ਹੋਵੇ। ਅਸੀਂ ਆਪਸ ਵਿੱਚ, ਘਰ ਦੇ ਵਿੱਚ, ਪਰਿਵਾਰ ਦੇ ਵਿੱਚ ਵੀ ਪਿਆਰ ਨਾਲ ਰਹੀਏ, ਮਿੱਠੇ ਬਚਨ ਬੋਲੀਏ, ਕੌੜਾ ਨਾ ਬੋਲੀਏ। ਲੰਗਰ ਵਰਤਾਉਂਦੇ ਆ, ਲੰਗਰ ਬਣਾਉਂਦੇ ਆ ਵੀ ਪਿਆਰ ਨਾਲ ਬੋਲੀਏ। ਕਿਉਂਕਿ ਇਹ ਧਿਆਨ ਰੱਖੀਏ ਕਿ ਜਿੰਨੇ ਵੀ ਪੰਗਤ ਸਜੀ ਹੋਈ ਹੈ ਇਹ ਸਾਰੇ ਗੁਰੂ ਦਾ ਰੂਪ ਨੇ, ਪ੍ਰਮਾਤਮਾ ਦਾ ਰੂਪ ਨੇ। ਜਦੋਂ ਸਾਰਿਆਂ ਦੇ ਵਿੱਚ ਸਾਨੂੰ ਇਸ ਤਰ੍ਹਾਂ ਪ੍ਰਮਾਤਮਾ ਨਜ਼ਰ ਆਵੇ ਹਰ ਇੱਕ ਦੇ ਵਿੱਚ, ਉਦੋਂ ਫਿਰ ਪਿਆਰ ਪੈਦਾ ਹੁੰਦਾ ਹੈ। ਸਤਿਗੁਰ ਕਿਰਪਾ ਕਰਨ, ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਇਹ ਸਾਨੂੰ ਸਹਿਜ ਆਤਮਿਕ ਗਿਆਨ ਦੀ ਪ੍ਰਾਪਤੀ ਹੋ ਜਾਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣਾ ਜੀ। ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।